ਸਾਹਿਬ ਜੀ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਵਖਾਣੈ। ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਗੁਰਮੁਖ ਬੇਣੀ ਭਗਤ ਕਰ, ਜਾਏ ਇਕਾਂਤ ਬਹਿ ਲਿਵ ਲਾਵੈ। ਕਰਮ ਕਰੈ ਅਧਿਆਤਮੀ, ਹੋਰ ਸ ਕਿਸੈ ਨਾ ਲਖ ਲਖਾਵੈ। ਘਰ ਆਇਆ ਜਾਂ ਪੁੱਛੀਐ, ਰਾਜ ਦੁਆਰ ਗਿਆ ਅਲਾਵੈ। ਘਰ ਸਭ ਵਥੂ ਮੰਗੀਅਨ, ਵਲ ਛਲ ਕਰਕੇ ਝੱਤ ਲੰਘਾਵੈ। ਵੱਡਾ ਸਾਂਗ ਵਰਤਦਾ, ਉਹ ਇਕ ਮਨ ਪਰਮੇਸ਼ਰ ਧਿਆਵੈ। ਪੈਜ ਸਵਾਰੈ ਭਗਤ ਦੀ, ਰਾਜਾ ਹੋਇ ਕੈ ਘਰ ਚਲ ਆਵੈ। ਦੇ ਦਿਲਾਸਾ ਤੁਸ ਕੈ, ਅਣਗਣਤੀ ਖਰਚੀ ਪਹੁੰਚਾਵੈ। ਉਥੋਂ ਆਇਆ ਭਗਤ ਪਾਸ, ਹੋਏ ਦਿਆਲ ਹੇਤ ਉਪਜਾਵੈ। ਭਗਤ ਜਨਾ ਜੈਕਾਰ ਕਰਾਵੈ, ਉਥੋਂ ਆਇਆ ਭਗਤ ਪਾਸ। ਹੋਏ ਦਿਆਲ ਹੇਤ ਉਪਜਾਵੈ। ਭਗਤ ਜਨਾ ਜੈਕਾਰ ਕਰਾਵੈ। ਸੁਖੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਗੁਰ ਸੋਹ ਝਟੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਬਾਣੀ ਬੈਣੀ ਜਿਉ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੜਾ ਪਿੰਗਲਾ ਔਰ ਸੁਖ ਮਨਾ, ਤੀਨ ਬਸੈ ਇਕ ਠਾਈ। ਬੇਣੀ ਸੰਗਮ ਤੈ ਪ੍ਰਾਗ ਮਨ, ਮਜਨ ਕਰੇ ਤਿਥਾਈ। ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰ ਗਮ ਚੀਨੈ ਬਿਰਲਾ ਕੋਇ। ਤਹਾਂ ਨਿਰੰਜਨ ਰਮਈਆ ਹੋਏ। ਇੜਾ ਪਿੰਗਲਾ ਔਰ ਸੁਖ ਮਨਾ, तीन बसा एक ठाई
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਕੀ ਸੰਗਤ, ਸਤਿਗੁਰੂ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਦਿਆਂ ਹੋਇਆਂ ਸਤ ਸੰਗਤ ਦੇ ਸਮੇਂ ਦੇ ਨਾਲ ਸਾਨੂੰ ਨਿਵਾਜਿਆ ਹੈ। ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋ ਕਰਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਰੂਪ ਦੇ ਵਿੱਚ ਸਰਵਣ ਕੀਤੀ ਹੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਤਿੰਨ ਪੀਤੀ ਤਿਸ ਮੋਖ ਦੁਆਰ। ਸੋ ਇਹ ਸਤਿਗੁਰਾਂ ਦੀ ਬਾਣੀ ਜਿਨ੍ਹਾਂ ਨੇ ਕੰਨਾਂ ਰੂਪੀ ਡੋਨਿਆਂ ਦੇ ਨਾਲ ਛਕੀ ਹੈ, ਸਰਵਣ ਕੀਤੀ ਹੈ, ਉਹਨਾਂ ਨੂੰ ਇਹ ਗੁਰਬਾਣੀ ਮੋਕਸ਼ ਦਾ ਦਰਵਾਜ਼ਾ ਬਖਸ਼ਿਸ਼ ਕਰਦੀ ਹੈ, ਮੁਕਤੀ ਦੀ ਦਾਤ ਦਿੰਦੀ ਹੈ। ਸੋ ਐਸੀ ਬਾਣੀ ਨੂੰ ਆਪ ਸਰਵਣ ਕਰ ਰਹੇ ਹੋ। ਆਓ ਕੁਝ ਸਮੇਂ ਲਈ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਬਾਣੀ ਬੈਣੀ ਜੀਓ ਕੀ। ਰਾਮਕਲੀ ਰਾਗ ਦਾ ਨਾਮ ਹੈ। ਰਾਮਕਲੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 31 ਰਾਗ ਮਹਾਰਾਜ ਨੇ ਲਿਖੇ ਨੇ। ਉਹਨਾਂ ਦੇ ਵਿੱਚੋਂ ਇਹ 18ਵਾਂ ਰਾਗ ਮਹਾਰਾਜ ਜੀ ਰਾਮਕਲੀ ਬਖਸ਼ਿਸ਼ ਕਰਦੇ। ਇਸ ਰਾਗ ਦੇ ਵਿੱਚ ਮਹਾਰਾਜ ਭਗਤਾਂ ਦੀ ਬਾਣੀ ਜੋ ਹੈ ਉਹ ਬਖਸ਼ਿਸ਼ ਕਰ ਰਹੇ ਨੇ। ਸਭ ਤੋਂ ਪਹਿਲਾਂ ਆਪਾਂ ਕਬੀਰ ਸਾਹਿਬ ਜੀਆਂ ਦੇ ਕੁਝ ਸ਼ਬਦ ਜਿਹੜੇ ਸਨ, ਜਿਨ੍ਹਾਂ ਦੀ ਗਿਣਤੀ 12 ਹੈ, 12 ਸ਼ਬਦ ਕਬੀਰ ਸਾਹਿਬ ਜੀਆਂ ਦੇ ਸਰਵਣ ਕੀਤੇ। 4 ਸ਼ਬਦ ਭਗਤ ਨਾਮਦੇਵ ਜੀਆਂ ਦੇ ਸਰਵਣ ਕੀਤੇ। 1 ਸ਼ਬਦ ਭਗਤ ਰਵਿਦਾਸ ਜੀ ਦਾ ਔਰ 1 ਸ਼ਬਦ ਇਹਨਾਂ ਭਗਤਾਂ ਦਾ ਆਪਾਂ ਸਰਵਣ ਕਰਨ ਜਾ ਰਹੇ ਹਾਂ। ਬਖਸ਼ਿਸ਼ ਕਰਦੇ ਹਨ। ਰਾਮਕਲੀ ਬਾਣੀ ਬੈਣੀ ਜੀਓ ਕੀ। ਰਾਮਕਲੀ ਰਾਗ ਹੈ ਔਰ ਭਗਤ ਜੀ ਦਾ ਨਾਮ ਹੈ ਭਗਤ ਬੇਣੀ। ਬੇਣੀ ਨਾਮ ਹੈ। ਕਹਿਣ ਲੱਗੇ ਬੇਣੀ ਨਾਮ ਦੇ ਭਗਤ ਨੇ 15ਵੀਂ ਸਦੀ ਵਿੱਚ ਹੋਏ ਅਤੇ ਇਸੇ ਤਰ੍ਹਾਂ ਇਹਨਾਂ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਗਏ ਨੇ। ਜੋ ਭਗਤ ਬੇਣੀ ਜੀ ਨੇ, ਇਹਨਾਂ ਦੇ 3 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕੇਵਲ 1 ਸ਼ਬਦ ਇਹਨਾਂ ਦਾ ਸ੍ਰੀ ਰਾਗ ਦੇ ਵਿੱਚ ਹੈ। 1 ਸ਼ਬਦ ਆਪਾਂ ਰਾਮਕਲੀ ਰਾਗ ਵਿੱਚ ਸਰਵਣ ਕਰ ਰਹੇ ਹਾਂ। 1 ਸ਼ਬਦ ਆਪਾਂ ਅੱਗੇ ਜਾ ਕੇ ਸਰਵਣ ਕਰਾਂਗੇ ਪ੍ਰਭਾਤੀ ਰਾਗ ਦੇ ਵਿੱਚ। ਇਸ ਤਰ੍ਹਾਂ ਇਸ ਮਹਾਂਪੁਰਖ ਨੇ 3 ਸ਼ਬਦਾਂ ਦਾ ਯੋਗਦਾਨ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾਇਆ ਹੈ। ਐਸੇ ਇਹ ਸ਼੍ਰੋਮਣੀ ਭਗਤ ਨੇ ਪਰਮੇਸ਼ਰ ਦੇ। ਸੋ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਭਗਤ ਜੀ ਦੇ ਘਰ ਵਿੱਚ ਜਦੋਂ ਇੱਕ ਬੱਚੇ ਨੇ ਜਨਮ ਲਿਆ ਨਾ, ਅਤੇ ਘਰ ਦੇ ਵਿੱਚ ਬੜੀ ਗਰੀਬੀ ਹੈ, ਅਤਿਅੰਤ ਗਰੀਬੀ ਹੈ। ਪਰਿਵਾਰ ਦੇ ਮੈਂਬਰ ਇਹ ਗੱਲ ਆਖਦੇ ਵੀ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਬੜੀ ਥੋੜ੍ਹਾ ਹੈ, ਘਰ ਵਿੱਚ ਖਰਚਾ ਪਾਣੀ ਵੀ ਨਹੀਂ ਹੈ। ਅਤੇ ਭਗਤ ਬੇਣੀ ਜੀ ਕਹਿ ਦਿੰਦੇ ਮੈਂ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ ਹਾਂ, ਜਦੋਂ ਮਾਇਆ ਮਿਲੇਗੀ ਮੈਂ ਸਮਾਨ ਵਸਤੂਆਂ ਲੈ ਕੇ ਆਵਾਂਗਾ। ਪਰ ਭਗਤ ਜੀ ਇਹ ਗੱਲ ਕਹਿ ਕੇ ਘਰੋਂ ਬਾਹਰ ਚਲੇ ਜਾਂਦੇ ਅਤੇ ਜਾ ਕੇ ਜੰਗਲ ਵਿੱਚ ਬੈਠ ਕੇ ਤਪ ਕਰਨ ਲੱਗ ਪੈਂਦੇ, ਸਿਮਰਨ ਕਰਨ ਲੱਗ ਪੈਂਦੇ। ਜਦੋਂ ਘਰ ਆਉਂਦੇ ਮੈਂਬਰ ਫਿਰ ਪੁੱਛਦੇ ਪਰਿਵਾਰ ਦੇ ਵੀ ਰਾਜੇ ਨੇ ਦਿੱਤੀ ਨਹੀਂ ਹੈ ਮਾਇਆ। ਕਹਿਣ ਲੱਗੇ ਨਹੀਂ, ਰਾਜੇ ਨੇ ਅੱਜ ਨਹੀਂ ਦਿੱਤੀ, ਕੱਲ੍ਹ ਨੂੰ ਹੋ ਸਕਦਾ ਰਾਜਾ ਦੇਵੇ। ਅਗਲਾ ਦਿਨ ਫਿਰ ਚੜ੍ਹਦਾ, ਫਿਰ ਜੰਗਲ ਵਿੱਚ ਚਲੇ ਜਾਂਦੇ, ਜਾ ਕੇ ਤਪ ਕਰਦੇ ਪਏ, ਬੰਦਗੀ ਕਰਦੇ ਪਏ। ਪਰ ਘਰਦਿਆਂ ਨੂੰ ਇਹ ਬਚਨ ਕਹਿ ਦਿੰਦੇ ਕਿ ਅਸੀਂ ਤਪ ਕਰਦੇ ਪਏ ਹਾਂ। ਤਪ ਕਰਦਿਆਂ ਸਮਾਂ ਬਤੀਤ ਹੋਇਆ। ਜਦੋਂ ਤਪ ਪ੍ਰਵਾਨ ਹੋਇਆ ਨਾ, ਅੰਤਰਜਾਮੀ ਪੁਰਖ ਪਰਮਾਤਮਾ ਨੂੰ ਆਪ ਰਾਜੇ ਦਾ ਰੂਪ ਲੈ ਕੇ ਭਗਤ ਬੇਣੀ ਦੇ ਘਰ ਵਿੱਚ ਆਉਣਾ ਪਿਆ। ਅਤੇ ਅੰਤਰਜਾਮੀ ਰਾਜੇ ਬਣ ਕੇ ਗੱਡਿਆਂ ਦਾ ਸਮਾਨ ਗੱਡਿਆਂ ਦੇ ਉੱਪਰ ਲੱਦ ਕੇ ਕਈ ਗੱਡੇ ਸਮਾਨ ਦੇ ਲੈ ਆਏ, ਖਾਣ ਪੀਣ ਦਾ ਸਮਾਨ। ਅੰਤਰਜਾਮੀ ਨੇ ਆ ਕੇ ਪੁੱਛਿਆ ਪਰਿਵਾਰ ਦੇ ਮੈਂਬਰਾਂ ਤੋਂ, ਭਗਤ ਜੀਆਂ ਦੀ ਘਰਵਾਲੀ ਤੋਂ, ਕਿ ਭਗਤ ਜੀ ਕਿੱਥੇ ਨੇ, ਬੇਣੀ ਜੀ।
ਹੁਣ ਬੀਬੀ ਨੂੰ ਪਤਾ ਨਹੀਂ, ਉਹ ਕਹਿਣ ਲੱਗੇ ਜੀ ਉਹਦੇ ਤੁਹਾਡੇ ਦਰਬਾਰ ਵਿੱਚ ਗਏ ਕਥਾ ਕਰਨ ਵਾਸਤੇ। ਕਹਿਣ ਲੱਗੇ ਚਲੋ ਫਿਰ ਠੀਕ ਆ, ਸਮਾਨ ਜਿਹੜਾ ਹੈ ਨਾ ਅਸੀਂ ਉਹਨਾਂ ਨੂੰ ਦੇਣਾ ਸੀ, ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਤਨਖਾਹ ਰੁਕੀ ਹੋਈ ਹੈ ਅਤੇ ਸਮਾਨ ਵੀ ਕਦੇ ਨਹੀਂ ਦਿੱਤਾ, ਇਸ ਕਰਕੇ ਇਕੱਠਾ ਹੀ ਲੈ ਕੇ ਆਏ ਹਾਂ, ਸਾਰਾ ਹੀ ਸਾਂਭ ਲਓ। ਘਰ ਹੀ ਭਰ ਦਿੱਤਾ ਸਾਰੇ ਸਮਾਨ ਦੇ ਨਾਲ। ਘਰ ਵਿੱਚ ਐਸੀਆਂ ਦਾਤਾਂ ਦੇ ਕੇ ਆਪ ਭਗਵਾਨ ਜੀ ਫਿਰ ਉੱਥੇ ਚਲੇ ਗਏ ਜਿੱਥੇ ਬੇਣੀ ਜੀ ਬੈਠ ਕੇ ਤਪ ਕਰਦੇ ਪਏ। ਅਤੇ ਭਗਤ ਬੇਣੀ ਜੀਆਂ ਦੇ ਉੱਪਰ ਫਿਰ ਐਸੀ ਕਿਰਪਾ ਕੀਤੀ ਹੈ, ਪੱਤਿਆਂ ਦੇ ਵਿੱਚੋਂ ਵੀ ਨਾਮ ਸੁਣਾਈ ਦੇਣ ਲੱਗ ਪਿਆ, ਔਰ ਪੱਤਿਆਂ ਦੇ ਉੱਪਰ ਵੀ ਰਾਮ ਰਾਮ ਲਿਖਿਆ ਦਿਖਾਈ ਦੇਣ ਲੱਗ ਪਿਆ। ਐਸੀ ਬਖਸ਼ਿਸ਼ ਜਾ ਕੇ ਕੀਤੀ ਹੈ। ਭਾਈ ਗੁਰਦਾਸ ਜੀਆਂ ਨੇ ਬਚਨ ਲਿਖਿਆ ਹੈ, ਕਹਿਣ ਲੱਗੇ ਗੁਰਮੁਖ ਬੇਣੀ ਭਗਤ ਕਰ। ਜੋ ਭਗਤ ਬੇਣੀ ਜੀ ਬੜੇ ਗੁਰਮੁਖ ਨੇ, ਘਰ ਦੇ ਵਿੱਚ ਇਹ ਗੱਲ ਕਹਿ ਦਿੰਦੇ ਕਿ ਮੈਂ ਰਾਜੇ ਦੇ ਦਰਬਾਰ ਚੱਲਿਆ, ਪਰ ਅਸਲ ਵਿੱਚ ਰਾਜਾ ਤਾਂ ਉਹ ਹੈ ਨਾ ਪਰਮਾਤਮਾ, ਵੀ ਉਹਦੇ ਦਰਬਾਰ ਦੇ ਵਿੱਚ ਜਾਣਾ, ਸਮਾਧੀ ਲਾਉਣੀ, ਧਿਆਨ ਲਾਉਣਾ। ਜਾਏ ਇਕਾਂਤ ਬਹਿ ਲਿਵ ਲਾਵੈ। ਭਾਈ ਗੁਰਦਾਸ ਜੀ ਕਹਿੰਦੇ ਇਕਾਂਤ ਵਿੱਚ ਚਲੇ ਜਾਂਦੇ ਭਗਤ ਬੇਣੀ ਜੀ, ਲਿਵ ਲਾ ਲੈਂਦੇ, ਧਿਆਨ ਜੋੜ ਲੈਂਦੇ। ਕਰਮ ਕਰੇ ਅਧਿਆਤਮੀ ਕਰਮ ਕਰਦੇ, ਵੀ ਮੈਂ ਜਨਮ ਕਾਹਦੇ ਵਾਸਤੇ ਲਿਆ? ਪਰਮਾਤਮਾ ਨੂੰ ਮਿਲਣ ਵਾਸਤੇ, ਅਤੇ ਫਿਰ ਉਹਨੂੰ ਮਿਲਣਾ ਹੈ, ਉਹਦੇ ਮਿਲਣ ਵਾਸਤੇ ਬੰਦਗੀ ਕਰਦੇ। ਇਹ ਅਧਿਆਤਮ ਕਰਮ ਹੈ, ਪਰਮਾਤਮਾ ਨੂੰ ਮਿਲਣਾ। ਹੋਰ ਕਿਸੇ ਨਾਲ ਲੱਖ ਲਿਖਾਵੈ, ਹੋਰ ਕਿਸੇ ਨੂੰ ਦੱਸਦੇ ਨਹੀਂ ਵੀ ਮੈਂ ਭਗਤੀ ਕਰਨ ਚੱਲਿਆ, ਮੈਂ ਬੰਦਗੀ ਕਰਨ ਚੱਲਿਆ, ਨਹੀਂ, ਦੁਨੀਆ ਦੇ ਵੱਲੋਂ ਛੁਪਾ ਹੀ ਰੱਖਦੇ। ਘਰ ਆਇਆ ਜਾਂ ਪੁੱਛੀਏ, ਜਦੋਂ ਘਰੋਂ ਆਉਂਦੇ ਨਾ ਸ਼ਾਮ ਨੂੰ ਵਾਪਸ ਆ ਜਾਂਦੇ, ਘਰ ਵਾਲੀ ਪੁੱਛਦੀ ਹੈ ਕਿੱਧਰੋਂ ਆਏ? ਕਹਿੰਦੇ ਵੀ ਉਸ ਵੇਲੇ ਦੱਸਦੇ, ਫਿਰ ਇਹ ਬਚਨ ਕਰਦੇ, ਰਾਜ ਦੁਆਰ ਗਿਆ ਅਲਾਵੈ। ਭਾਈ ਗੁਰਦਾਸ ਜੀ ਕਹਿੰਦੇ, ਉਹ ਕਹਿੰਦੇ ਮੈਂ ਰਾਜੇ ਦੇ ਦਰਬਾਰ ਗਿਆ ਸੀਗਾ। ਜਦੋਂ ਆਉਣਾ ਬਾਹਰੋਂ ਉਦੋਂ ਆਖਣਾ ਮੈਂ ਰਾਜੇ ਦੇ ਦਰਬਾਰ ਵਿੱਚੋਂ ਆਇਆ ਹਾਂ, ਜਦੋਂ ਬਾਹਰ ਜਾਣਾ ਉਦੋਂ ਕਹਿਣਾ ਮੈਂ ਰਾਜੇ ਦੇ ਦਰਬਾਰ ਵਿੱਚ ਚੱਲਿਆ ਹਾਂ। ਘਰ ਆਇਆ ਜਾਂ ਪੁੱਛੀਏ, ਘਰ ਆਇਆ ਨੂੰ ਜਦੋਂ ਪੁੱਛਿਆ ਜਾਣਾ, ਰਾਜ ਦੁਆਰ ਗਿਆ ਅਲਾਵੈ। ਭਗਤ ਜੀ ਆਖਦੇ ਮੈਂ ਰਾਜੇ ਦੇ ਦਰਬਾਰ ਗਿਆ ਸੀ। ਘਰ ਸਭ ਵੱਥੂ ਮੰਗੀਆਂ। ਘਰ ਵਾਲੀ ਕਹਿੰਦੀ ਹੈ ਵੀ ਅੱਜ ਘਰ ਵਿੱਚ ਸਬਜ਼ੀ ਨਹੀਂ ਹੈ, ਭਾਜੀ ਨਹੀਂ ਹੈ, ਕੋਈ ਮਿੱਠਾ ਨਹੀਂ ਹੈ, ਕੋਈ ਘਿਓ ਵਗੈਰਾ ਨਹੀਂ ਹੈ, ਪ੍ਰਸ਼ਾਦਾ ਬਣਾਉਣ ਵਾਲਾ ਸਮਾਨ ਹੀ ਕੋਈ ਨਹੀਂ। ਘਰ ਵਾਲੀ ਮੰਗ ਕਰ ਲੈਂਦੀ ਹੈ ਜਦੋਂ ਘਰੇ ਆ ਜਾਂਦਾ। ਵਲ ਛਲ ਕਰਕੇ ਝੱਟ ਲੰਘਾਵੇ। ਕਹਿਣ ਲੱਗਾ ਕੋਈ ਗੱਲ ਨਹੀਂ, ਜੇ ਅੱਜ ਨਹੀਂ ਤੇ ਆਪਾਂ ਸੁੱਕਾ ਮਿੱਸਾ ਹੀ ਪ੍ਰਸ਼ਾਦਾ ਛਕ ਲੈਂਦੇ ਹਾਂ, ਕੱਲ੍ਹ ਨੂੰ ਵਸਤੂਆਂ ਆ ਜਾਣਗੀਆਂ, ਰਾਜੇ ਕੋਲੋਂ ਮਾਇਆ ਮਿਲੇਗੀ, ਪਦਾਰਥ ਮਿਲਣਗੇ, ਫਿਰ ਆਪਾਂ ਕੱਲ੍ਹ ਨੂੰ ਚੰਗੀ ਤਰ੍ਹਾਂ ਰੱਜ ਕੇ ਪ੍ਰਸ਼ਾਦਾ ਛਕਾਂਗੇ। ਅੱਜ ਚਲੋ ਸੁੱਕਾ ਮਿੱਸਾ ਥੋੜ੍ਹਾ ਜਿਹੀ ਖਾ ਲੈਂਦੇ ਹਾਂ। ਇਸ ਤਰ੍ਹਾਂ ਆਪਣਾ ਸਮਾਂ ਲਗਾਉਂਦੇ ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ, ਕਿਉਂਕਿ ਮਹਾਰਾਜ ਜੀ ਦਾ ਬਚਨ ਹੈ। ਸਤਿਗੁਰੂ ਕਹਿਣ ਲੱਗੇ ਭਾਈ ਸੰਸਾਰ ਦੇ ਵਿੱਚ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਰੱਬ ਦੇ ਨਾਮ ਤੋਂ ਬਿਨਾਂ ਜਿੰਨਾ ਵੀ ਇਹ ਪਸਾਰਾ ਹੈ ਨਾ, ਬਨਾਵਟ ਇਹ ਸਭ ਝੂਠੀ ਹੈ, ਨਾਸ਼ਵੰਤ ਜਿਹਦੇ ਵਿੱਚ ਅਸੀਂ ਲੱਗੇ ਹੋਏ। ਪਰ ਭਗਤ ਨੂੰ ਇਸ ਗੱਲ ਦਾ ਗਿਆਨ ਹੋ ਗਿਆ। ਘਰਦਿਆਂ ਕੰਮਾਂ ਦੇ ਵਿੱਚ ਤੇ ਕਹਿ ਦਿੰਦੇ ਕੋਈ ਨਹੀਂ, ਅੱਜ ਨਹੀਂ ਤੇ ਕੱਲ੍ਹ ਹੋਵੇਗਾ, ਬੰਦਗੀ ਕਰਦੇ ਪਏ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਕਰ ਪਰਮੇਸ਼ਰ ਧਿਆਵੈ। ਸਵਾਂਗ ਇਹ ਬਣਾਇਆ, ਘਰੇ ਕਹਿ ਦੇਣਾ ਰਾਜੇ ਦੇ ਦਰਬਾਰ ਚੱਲਿਆ, ਪਰ ਬਾਹਰ ਜਾ ਕੇ ਪਰਮੇਸ਼ਰ ਨੂੰ ਧਿਆਉਣ ਲੱਗ ਪੈਣਾ। ਮੰਗ ਕੋਈ ਨਹੀਂ ਮੰਗੀ ਹੈ ਵੀ ਪਰਮਾਤਮਾ ਮੈਂ ਤੇਰਾ ਨਾਮ ਜਪਦਾ ਤੇ ਮੇਰੇ ਘਰ ਵਿੱਚ ਤੇ ਪ੍ਰਸ਼ਾਦਾ ਪਾਣੀ ਕੋਈ ਨਹੀਂ ਹੈ, ਜਾ ਕੇ ਉਹ ਹੀ ਦੇ ਆਓ। ਨਹੀਂ, ਬੰਦਗੀ ਵਿੱਚ ਲੱਗੇ ਹੋਏ, ਮੰਗ ਕੋਈ ਨਹੀਂ ਹੈ। ਪੈਜ ਸਵਾਰੇ ਭਗਤ ਦੀ। ਹੁਣ ਪਰਮਾਤਮਾ ਨੂੰ ਪਤਾ ਲੱਗ ਗਿਆ ਵੀ ਇਹ ਭਗਤ ਰੋਜ਼ ਮੇਰਾ ਹੀ ਨਾਮ ਲੈ ਕੇ ਆ ਜਾਂਦਾ ਕਿ ਮੈਂ ਰਾਜੇ ਦੇ ਦਰਬਾਰ ਚੱਲਿਆ ਹਾਂ, ਘਰੇ ਪ੍ਰਸ਼ਾਦਾ ਪਾਣੀ ਨਹੀਂ। ਪਰਮਾਤਮਾ ਨੇ ਫਿਰ ਭਗਤ ਦੀ ਪੈਜ ਵੀ ਤੇ ਰੱਖਣੀ ਹੈ ਨਾ, ਇੱਜ਼ਤ ਵੀ ਤੇ ਰੱਖਣੀ ਹੈ। ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਜੋ ਰਾਜਾ ਰਾਮ ਹੈ ਨਾ, ਉਹ ਪੈਜ ਵੀ ਰੱਖਦਾ, ਇੱਜ਼ਤ ਵੀ ਰੱਖਦਾ ਆਪਣੇ ਭਗਤਾਂ ਦੀ, ਕਦੇ ਪਿੱਠ ਨਹੀਂ ਲੱਗਣ ਦਿੰਦਾ, ਕਦੇ ਨਰਾਦਰ ਨਹੀਂ ਹੋਣ ਦਿੰਦਾ ਹੈ। ਉਸ ਵੇਲੇ ਪੈਜ ਸਵਾਰ ਹੈ ਭਗਤ ਦੀ, ਆਪਣੇ ਭਗਤ ਦੀ ਪੈਜ ਇੱਜ਼ਤ ਸਵਾਰਨ ਵਾਸਤੇ ਰਾਜਾ ਹੋਇਆ ਕਿ ਘਰ ਚੱਲ ਆਵੇ। ਪਰਮਾਤਮਾ ਰਾਜਾ ਬਣ ਕੇ ਆ ਗਿਆ, ਕਿਉਂਕਿ ਭਗਤ ਜੀ ਕਹਿੰਦੇ ਸਨ ਵੀ ਮੈਂ ਰਾਜੇ ਦੇ ਦਰਬਾਰ ਚੱਲਿਆ, ਅਤੇ ਉਹ ਰਾਜੇ ਹੀ ਬਣ ਕੇ ਫਿਰ ਆ ਗਿਆ ਵੀ ਚਲੋ ਠੀਕ ਹੈ, ਇਸ ਤਰ੍ਹਾਂ ਨਹੀਂ ਤੇ ਫਿਰ ਇਸ ਤਰ੍ਹਾਂ ਠੀਕ ਹੈ। ਜਦੋਂ ਘਰੇ ਆਏ, ਦੇ ਦਿਲਾਸਾ ਤੁਸ ਕਹਿ, ਉਹਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ, ਕੋਈ ਗੱਲ ਨਹੀਂ, ਤੁਸੀਂ ਪਿੱਛੇ ਭੁੱਖ ਦੇ ਨਾਲ ਦੁੱਖ ਦੇ ਨਾਲ 2 ਦਿਨ ਕੱਟੇ, ਕੋਈ ਗੱਲ ਨਹੀਂ, ਥੋੜ੍ਹਾ ਸਾਨੂੰ ਟਾਈਮ ਲੱਗ ਗਿਆ ਤਨਖਾਹ ਦੇਣ ਵਿੱਚ, ਪੈਸਾ ਦੇਣ ਵਿੱਚ,
ਦਿਲਾਸਾ ਦੇ ਕੇ ਅਣਗਿਣਤੀ ਖਰਚੀ ਪਹੁੰਚਾਵੇ। ਜਿਹੜੀਆਂ ਵਸਤੂਆਂ ਦੀ ਗਿਣਤੀ ਨਾ ਕੀਤੀ ਜਾ ਸਕੇ ਉਹ ਵਸਤੂਆਂ ਪਹੁੰਚਾ ਦਿੱਤੀਆਂ। ਇੰਨੀਆਂ ਪਹੁੰਚਾ ਦਿੱਤੀਆਂ ਜਿਹੜੀਆਂ ਮੁੱਕਣ ਵਿੱਚ ਹੀ ਨਾ ਆਉਣ। ਖਾਣ ਵਾਲੀਆਂ ਕੀ, ਪਾਉਣ ਵਾਲੀਆਂ ਕੀ, ਹੰਡਾਉਣ ਵਾਲੀਆਂ ਕੀ। ਇੱਥੋਂ ਤੱਕ ਕਿ ਮਾਇਆ ਦੇ ਪਦਾਰਥ ਵੀ ਇੰਨੇ ਭੇਜੇ ਵੀ ਜਿੰਨੇ ਮਰਜ਼ੀ ਇਹ ਖਾਈ ਜਾਣ, ਖਾਵੇ, ਖਰਚੈ, ਰਲ ਮਿਲ ਭਾਈ, ਤੋਟ ਨਾ ਆਵੇ। ਐਸੇ ਪਦਾਰਥ ਭੇਜ ਭੇਜ ਕੇ ਘਰ ਭਰ ਦਿੱਤਾ। ਮਲੰਗ ਬੈਠੇ ਨਾ ਸਾਧੂ ਕਿਸੇ ਟਿੱਬੇ ਦੇ ਉੱਪਰ, ਤੇ ਰਾਜੇ ਦੀ ਪਾਲਕੀ ਲੰਘਦੀ ਪਈ, ਰਾਜੇ ਦੀ ਸਵਾਰੀ ਲੰਘਦੀ ਪਈ, ਤੇ ਉਹਨਾਂ ਮਲੰਗਾਂ ਨੇ ਟਿੱਬੇ 'ਤੇ ਖਲੋਤਿਆਂ ਨੇ ਰਾਜੇ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰਾਜੇ ਨੇ ਆਪਣੇ ਵਜ਼ੀਰ ਨੂੰ ਭੇਜਿਆ, ਕਹਿਣ ਲੱਗਾ ਪਤਾ ਕਰੋ ਮੇਰੀ ਪ੍ਰਜਾ ਦੇ ਮਲੰਗ ਜਿਹੜੇ ਬੈਠੇ ਟਿੱਬੇ ਦੇ ਉੱਪਰ ਸਾਧ ਇਹ ਕੀ ਮੰਗਦੇ ਪਏ। ਤੇ ਉਸ ਵੇਲੇ ਵਜ਼ੀਰ ਨੇ ਆ ਕੇ ਉਹਨਾਂ ਸਾਧੂਆਂ ਨੂੰ ਕਿਹਾ ਵੀ ਆਓ, ਤੁਹਾਨੂੰ ਰਾਜੇ ਨੇ ਬੁਲਾਇਆ। ਰਾਜੇ ਦੇ ਕੋਲ ਲੈ ਕੇ ਗਿਆ। ਰਾਜੇ ਨੇ ਕਿਹਾ ਕੀ ਚਾਹੀਦਾ। ਹੁਣ ਸਾਧੂ ਜਿਹੜੇ ਸਨ ਉਹ ਆਪਣੇ ਸੁਭਾਅ ਦੇ ਵਿੱਚ ਮਸਤ ਸਨ। ਕਹਿਣ ਲੱਗੇ ਰਾਜਨ ਬਹੁਤਾ ਤੇ ਕੁਝ ਨਹੀਂ ਚਾਹੀਦਾ, ਅਸੀਂ ਪਤੀਲੇ ਵਿੱਚ ਪਾ ਕੇ ਚੌਲ ਰੱਖੇ ਹੋਏ ਨੇ ਖਾਣ ਵਾਸਤੇ, ਸਾਡੇ ਕੋਲ ਨਮਕ ਨਹੀਂ ਹੈ ਉਹਦੇ ਵਿੱਚ ਪਾਉਣ ਵਾਸਤੇ। ਤੇ ਸਾਨੂੰ ਲੱਗਾ ਵੀ ਤੇਰੀ ਸਵਾਰੀ ਲੰਘਦੀ ਪਈ ਹੈ, ਤੂੰ ਰਾਜਾ ਹੈ, ਤੇ ਸਾਨੂੰ ਚੁਟਕੀ ਕੁ ਨਮਕ ਚਾਹੀਦਾ ਹੈ। ਥੋੜ੍ਹਾ ਜਿਹਾ ਕਿਤੇ ਇੰਤਜ਼ਾਮ ਹੋ ਜਾਵੇ, ਥੋੜ੍ਹੇ ਚੌਲ ਸਵਾਦ ਬਣ ਜਾਣਗੇ। ਰਾਜਾ ਉਹਨਾਂ ਮਲੰਗਾਂ ਦੀ ਗੱਲ ਸੁਣ ਕੇ ਹੱਸ ਪਿਆ ਵੀ ਮੈਨੂੰ ਰੋਕਿਆ ਵੀ ਹੈ ਤੇ ਮੰਗਿਆ ਵੀ ਹੈ, ਤੇ ਮੰਗਿਆ ਵੀ ਲੂਣ ਹੀ ਹੈ, ਔਰ ਮੰਗਿਆ ਵੀ ਚੁੰਡੀ ਕੋਈ ਹੈ, ਬਹੁਤਾ ਨਹੀਂ ਮੰਗਿਆ। ਰਾਜਾ ਵਜ਼ੀਰਾਂ ਨੂੰ ਕਹਿਣ ਲੱਗਾ ਵੀ ਜਾਓ ਭਾਈ, ਇਹਨਾਂ ਦੀ ਜੋ ਮੰਗ ਹੈ ਨਾ ਪੂਰੀ ਕਰੋ। ਤੇ ਵਜ਼ੀਰ ਜਿਹੜੇ ਸਨ ਉਹ 2-3 ਗੱਡੇ ਭਰ ਕੇ ਹੀ ਨਮਕ ਦੇ ਲੈ ਆਏ। ਉਹ ਮਲੰਗ ਬੜੇ ਹੈਰਾਨ ਹੋਏ, ਕਹਿਣ ਲੱਗੇ ਪਤੀਲਾ ਚੌਲਾਂ ਦਾ ਰੱਖਿਆ, ਗੱਡੇ ਲੂਣ ਦੇ ਆ ਗਿਆ, ਇੰਨਾ ਲੂਣ ਕੀ ਕਰਨਾ, ਅਸੀਂ ਤੇ ਚੁਟਕੀ ਮੰਗਿਆ। ਵਜ਼ੀਰ ਕਹਿਣ ਲੱਗਾ ਗੱਲ ਇਹ ਹੈ ਤੁਸੀਂ ਤੇ ਚੁਟਕੀ ਮੰਗਿਆ, ਪਰ ਰਾਜੇ ਦੀ ਚੁੰਡੀ ਵੀ ਐਡੀ ਕੋਈ ਹੈ, ਤੁਹਾਡੇ ਵਾਸਤੇ ਗੱਡੇ ਪਰ ਰਾਜੇ ਵਾਸਤੇ ਇੰਨਾ ਕੋਈ ਹੈ। ਮਹਾਰਾਜ ਦੀ ਬਾਣੀ ਦਾ ਬਚਨ ਹੈ ਜੇਵੜ ਆਪ ਤੇਵੜ। ਪਰਮਾਤਮਾ ਬੜਾ ਵੱਡਾ ਹੈ ਨਾ, ਤੇ ਉਹਦੀ ਦਾਤ ਵੀ ਤਾਂ ਫਿਰ ਛੋਟੀ ਨਹੀਂ ਨਾ ਹੋਵੇਗੀ। ਜੇ ਰਾਜਾ ਚੁੰਡੀ ਨਮਕ ਮੰਗਿਆ ਗੱਡਾ ਦੇ ਸਕਦਾ। ਤੁਮ ਹੋ ਸਭ ਰਾਜਨ ਕੇ, ਪਰਮਾਤਮਾ ਦੇ ਫਿਰ ਰਾਜਿਆਂ ਦਾ ਵੀ ਮਹਾਰਾਜਾ ਹੈ ਨਾ। ਤੇ ਜੇ ਉਹ ਚੁੰਡੀ ਕੋਈ ਚੀਜ਼ ਦੇਵੇ ਥੋੜ੍ਹੀ ਜਿਹੀ ਚੁਟਕੀ ਕੋ, ਤੇ ਉਹ ਤੇ ਫਿਰ ਬੜੀ ਦੇ ਦੇਵੇਗਾ, ਗਿਣਤੀ ਕੋਈ ਨਹੀਂ ਹੋਵੇਗੀ। ਕਿਉਂਕਿ ਜੇਵੜ ਆਪ ਜਿੱਡਾ ਵੱਡਾ ਉਹ ਆਪ ਹੈ, ਤੇਵੜ ਤੇਰੀ ਦਾਤ, ਉਹਦੀਆਂ ਦਾਤਾਂ ਵੀ ਉਨੀਆਂ ਹੀ ਵੱਡੀਆਂ ਵਿਸ਼ਾਲ ਨੇ, ਬਹੁਤੀਆਂ ਨੇ। ਸੋ ਕਹਿਣ ਲੱਗੇ ਦੇ ਦਿਲਾਸਾ ਤੁਸਕ ਹੈ, ਪਰਿਵਾਰ ਨੂੰ ਦਿਲਾਸਾ ਦਿੱਤਾ, ਅਣਗਿਣਤੀ ਖਰਚੀ ਪਹੁੰਚਾਵੇ। ਜਿਹੜੀਆਂ ਵਸਤੂਆਂ ਗਿਣੀਆਂ ਨਾ ਜਾ ਸਕਣ ਐਸੀਆਂ ਵਸਤੂਆਂ ਭਗਤ ਜੀ ਦੇ ਘਰੇ ਪਹੁੰਚਾ ਦਿੱਤੀਆਂ। ਤੇ ਫਿਰ ਉੱਥੋਂ ਆਇਆ ਭਗਤ ਪਾਸ। ਭਾਈ ਗੁਰਦਾਸ ਜੀ ਕਹਿੰਦੇ ਘਰੇ ਸਮਾਨ ਛੱਡ ਕੇ ਫਿਰ ਭਗਵਾਨ ਜੀ ਜਿੱਥੇ ਭਗਤ ਬੈਠਾ ਤਪ ਕਰਦਾ ਪਿਆ ਨਾ, ਬੰਦਗੀ ਕਰਦਾ ਪਿਆ, ਫਿਰ ਭਗਵਾਨ ਜੀ ਉੱਥੇ ਆ ਗਏ। ਉੱਥੇ ਆ ਕੇ ਕੀ ਕਰਦੇ, ਦੇ ਹੇਤ ਦਿਆਲ ਹੇਤ ਉਪਜਾਵੇ, ਹੋਤ ਦਿਆਲ ਹੋਏ ਦਿਆਲ ਹੇਤ ਉਪਜਾਵੇ। ਦਿਆਲੂ ਹੋ ਕੇ ਫਿਰ ਐਸੀ ਬਖਸ਼ਿਸ਼ ਕੀਤੀ ਆ, ਪੱਤਿਆਂ ਦੇ ਉੱਪਰ ਵੀ ਰਾਮ ਰਾਮ, ਰੁੱਖਾਂ ਦੇ ਵਿੱਚੋਂ ਵੀ ਰਾਮ ਰਾਮ ਦਾ ਨਾਮ ਸੁਣਾਈ ਦੇਣ ਲੱਗ ਪਿਆ। ਐਸੀਆਂ ਬਖਸ਼ਿਸ਼ਾਂ ਕਰ ਦਿੱਤੀਆਂ। ਤੇ ਬਚਨ ਆ ਗਿਆ, ਕਹਿਣ ਲੱਗੇ ਭਗਤ ਜਨਾ ਜੈਕਾਰ ਕਰਾਵੇ। ਇਸ ਤਰ੍ਹਾਂ ਆਪਣੇ ਭਗਤਾਂ ਦੀ ਉਹ ਜੈ ਜੈਕਾਰ ਕਰਦਾ ਔਰ ਜੈ ਜੈਕਾਰ ਕਰਾਉਂਦਾ ਹੈ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਸ ਤਰ੍ਹਾਂ ਉਹ ਇੱਜ਼ਤ ਰੱਖਦਾ ਹੈ। ਐਸੇ ਨੇ ਭਗਤ ਬੇਣੀ ਜੀ। 15ਵੀਂ ਸਦੀ ਵਿੱਚ ਇਹਨਾਂ ਦਾ ਅਵਤਾਰ ਲਿਖਿਆ। ਇਹਨਾਂ ਦੇ ਮਾਂ ਬਾਪ ਬਾਰੇ ਜਾਂ ਨਗਰ ਬਾਰੇ ਪੱਕਾ ਜਿਹੜਾ ਹੈ ਉਹ ਵਿਦਵਾਨਾਂ ਨੂੰ, ਖੋਜਕਾਰਾਂ ਨੂੰ ਪਤਾ ਨਹੀਂ ਲੱਗ ਸਕਿਆ ਹੈ। ਆਪਣੀ ਆਪਣੀ ਮਤ ਮੁਤਾਬਕ ਸਾਰਿਆਂ ਨੇ ਦੱਸਿਆ ਹੈ ਵੀ ਇਸ ਤਰ੍ਹਾਂ ਭਗਤਾਂ ਦਾ ਇਹ ਨਿਵਾਸ ਸਥਾਨ ਸੀ। ਪਰ ਇਸ ਭਗਤ ਦੀ ਬਾਣੀ ਜਿਨ੍ਹਾਂ ਦਾ ਨਾਮ ਬੇਣੀ ਭਗਤ ਜੀ ਹੈ, ਬੈਣੀ ਔਰ ਬੇਣੀ ਵਿੱਚ ਫਰਕ ਹੈ, ਪਰ ਇੱਥੇ ਭਗਤ ਜੀ ਦਾ ਨਾਮ ਬੇਣੀ ਭਗਤ ਹੈ। ਬੇਣੀ ਭਗਤ ਜੀ ਇਹ ਗੁਰਬਾਣੀ ਬਖਸ਼ਿਸ਼ ਕਰਦੇ। ਫਿਰ ਫਰਮਾਉਂਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮਕਲੀ ਬਾਣੀ ਬੇਣੀ ਜੀਓ ਕੀ। ਰਾਮਕਲੀ ਰਾਗ ਹੈ, ਬੇਣੀ ਭਗਤ ਜੀ ਦਾ ਨਾਮ ਹੈ। 3 ਸ਼ਬਦ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਨੇ ਕੁੱਲ, ਤੇ ਤਿੰਨਾਂ ਵਿੱਚੋਂ ਇਹ ਦੂਜਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਇੱਕ ਸ਼ਬਦ ਆਪਾਂ ਪਿੱਛੇ ਸ੍ਰੀ ਰਾਗ ਵਿੱਚ ਸਰਵਣ ਕਰ ਆਏ ਹਾਂ।
ਦੂਜਾ ਸ਼ਬਦ ਇਹ ਹੈ, ਤੀਜਾ ਜਾ ਕੇ ਆਪਾਂ ਜਦੋਂ ਭੋਗ ਦੇ ਨੇੜੇ ਪਹੁੰਚਾਂਗੇ ਉੱਥੇ ਪ੍ਰਭਾਤੀ ਰਾਗ ਵਿੱਚ ਆਪਾਂ ਸ਼ਬਦ ਜਾ ਕੇ ਸਰਵਣ ਕਰਾਂਗੇ। ਐਸੇ ਭਗਤ ਜੀਆਂ ਦੀ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪ੍ਰਮਾਤਮਾ ਨਿਰੰਕਾਰ ਪਰਮੇਸ਼ਰ ਇੱਕ ਹੈ, ਉਹਦੇ ਵਰਗਾ ਕੋਈ ਨਹੀਂ ਹੈ। ਇਸ ਤਰ੍ਹਾਂ ਕਹਿ ਕੇ ਭਗਤ ਜੀ ਦੋ ਰਸਤੇ ਦੱਸਦੇ ਪਏ। ਇੱਕ ਹੈ ਹਠ ਯੋਗ ਤੇ ਦੂਜਾ ਹੈ ਭਗਤੀ ਯੋਗ। ਹਠ ਯੋਗ ਜਿਹੜਾ ਯੋਗੀ ਵਗੈਰਾ ਕਰਦੇ, ਤੇ ਭਗਤੀ ਯੋਗ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਆ ਭਗਤੀ ਕਰਨੀ। ਇਹ ਦੋ ਤਰ੍ਹਾਂ ਦਾ ਰਸਤਾ ਦੱਸਦੇ ਪਏ ਇਸ ਸ਼ਬਦ ਦੇ ਅੰਦਰ। ਸੋ ਭਗਤ ਜੀਆਂ ਨੇ ਬਚਨ ਲਿਖਿਆ, ਰਹਾਉ ਤੋਂ ਅੱਗੇ ਜਾ ਕੇ ਬਚਨ ਕਰਦੇ ਹਨ। ਦੇਵ ਸਥਾਨੈ ਕਿਆ ਨਿਸ਼ਾਨੀ। ਦੇਵ ਸਥਾਨੈ ਦਸਮ ਦਵਾਰ ਦੀ ਕੀ ਨਿਸ਼ਾਨੀ ਹੈ? ਇਹ ਸਵਾਲ ਹੈ ਕਿ ਜੋ ਦਸਮ ਦਵਾਰ ਹੈ ਉਸ ਦੀ ਨਿਸ਼ਾਨੀ ਕੀ ਹੈ? ਤੇ ਬਖਸ਼ਦੇ ਹਨ। ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਕਹਿਣ ਲੱਗੇ ਤਿਸ ਦਸਮ ਦਵਾਰ ਦੇ ਵਿੱਚ ਅਨਹਦ ਇੱਕ ਰਸ ਜਿਹੜੇ ਬਾਜੇ ਵੱਜਦੇ ਪਏ। ਸੋ ਉਹ ਜਿਹੜੇ ਬਾਜੇ ਨੇ ਦਸਮ ਦਵਾਰ ਦੇ ਵਿੱਚ ਵੱਜਦੇ ਪਏ। ਦਸਮ ਦਵਾਰ ਕੀ ਹੈ? ਕਹਿਣ ਲੱਗੇ ਦਸਮ ਦਵਾਰ ਉਹ ਹੈ ਜਿੱਥੇ ਅਨਾਹਦ ਬਾਜੇ ਵੱਜਦੇ ਨੇ। ਹੁਣ ਇੱਥੋਂ ਫਿਰ ਭਗਤ ਜੀ ਅੱਗੇ ਸ਼ਬਦ ਸ਼ੁਰੂ ਕਰਦੇ ਹਨ। ਜਿਹੜਾ ਪਿੰਗਲਾ ਔਰ ਸੁਖਮਨਾ। ਭਗਤ ਜੀ ਕਹਿਣ ਲੱਗੇ ਗੁਰਮੁਖੋ ਜਿਹੜੇ ਹਠ ਯੋਗ ਵਾਲੇ ਨੇ ਉਹ ਯੋਗ ਸਾਧਨਾ ਕਰਕੇ ਆਪਣੇ ਪ੍ਰਾਣ ਦਸਵੇਂ ਦਵਾਰ ਦੇ ਵਿੱਚ ਚੜਾਉਂਦੇ ਨੇ। ਆਪਣੀਆਂ ਸਰੀਰ ਦੀਆਂ ਨਾੜੀਆਂ ਨੂੰ ਸਾਧ ਕੇ ਸੋਧ ਕੇ। ਬਚਨ ਆਪਾਂ ਪੜ੍ਹਦੇ ਮਹਾਰਾਜ ਸਾਹਿਬ ਜੀ ਦਾ ਗੁਰਬਾਣੀ ਦੇ ਅੰਦਰ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਵੰਗਮ ਸਾਧੇ। ਇੱਕ ਭੁਵੰਗਮਾ ਨਾੜੀ ਹੈ ਸਾਡੇ ਸਰੀਰ ਦੇ ਅੰਦਰ। ਇਹਦੇ ਦੁਆਰਾ ਜਿਹੜੇ ਯੋਗੀ ਨੇ ਆਪਣੇ ਪ੍ਰਾਣ ਦਸਵੇਂ ਦਵਾਰ ਦੇ ਵਿੱਚ ਜਾ ਕੇ ਟਿਕਾਉਂਦੇ ਨੇ। ਕਹਿਣ ਲੱਗੇ ਦਸਮ ਦਵਾਰ ਦੀ ਪ੍ਰਾਪਤੀ ਵਾਸਤੇ ਏੜਾ ਪਿੰਗਲਾ, ਏੜਾ ਤੋਂ ਭਾਵ ਹੈ ਗੁਰਮੁਖੋ ਜਿਹੜੀ ਸੱਜੀ ਸੁਰ ਹੈ, ਸਾਡੇ ਨੱਕ ਦੀ ਜਿਹੜੀ ਸੱਜੀ ਮੋਰੀ ਹੈ, ਇਸ ਨੂੰ ਚੰਦਰਮਾ ਦੀ ਸੁਰ ਆਖਿਆ ਜਾਂਦਾ ਹੈ। ਤੇ ਪਿੰਗਲਾ ਜਿਹੜੀ ਹੈ ਇਹ ਖੱਬੀ ਸੁਰ ਹੈ, ਇਹਨੂੰ ਸੂਰਜ ਦੀ ਜਿਹੜੀ ਹੈ ਉਹ ਸੁਰ ਮੰਨਿਆ ਜਾਂਦਾ ਹੈ। ਏੜਾ ਪਿੰਗਲਾ ਔਰ ਸੁਖਮਨਾ। ਤੇ ਸੁਖਮਨਾ ਤੋਂ ਭਾਵ ਹੈ ਸਮ ਸੁਰ। ਇਹ ਤਿੰਨੇ ਜਿਹੜੀਆਂ ਸੁਰਾਂ ਹਨ ਕਹਿ ਲਈਏ ਇਹ ਦਸਮ ਦਵਾਰ ਦੇ ਵਿੱਚ ਵਸਦੀਆਂ ਹਨ। ਤੀਨ ਬਸੈ ਇਕਠਾਈ, ਇਹ ਤਿੰਨੇ ਇੱਕ ਜਗ੍ਹਾ ਦੇ ਉੱਪਰ ਵਸ ਰਹੀਆਂ ਹਨ। ਫਿਰ ਬਖਸ਼ਿਸ਼ ਕਰਦੇ ਹਨ। ਏੜਾ ਪਿੰਗਲਾ ਔਰ ਸੁਖਮਨਾ। ਏੜਾ ਤੋਂ ਭਾਵ ਹੈ ਗੰਗਾ, ਪਿੰਗਲਾ ਤੋਂ ਭਾਵ ਹੈ ਜਮਨਾ, ਸੁਖਮਨਾ ਤੋਂ ਭਾਵ ਹੈ ਸਰਸਵਤੀ। ਇਹ ਜਿਹੜੀਆਂ ਤਿੰਨ ਨਦੀਆਂ ਹਨ। ਤੀਨ ਬਸੈ ਇਕਠਾਈ। ਇਹ ਤਿੰਨੇ ਜਿਹੜੀਆਂ ਨੇ ਪ੍ਰਾਗ ਰਾਗ ਵਿੱਚ ਜਿਵੇਂ ਆ ਕੇ ਇਕੱਠੀਆਂ ਹੁੰਦੀਆਂ ਨੇ, ਐਸੇ ਤਰ੍ਹਾਂ ਇਹ ਦਸਮ ਦਵਾਰ ਦੀ ਪ੍ਰਾਪਤੀ ਵਾਲਿਆਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਬੇਣੀ ਸੰਗਮ ਤੈ ਪ੍ਰਾਗ ਮਨ। ਭਗਤ ਬੇਣੀ ਜੀ ਕਹਿੰਦੇ ਪਏ, ਕਹਿੰਦੇ ਜਿੱਥੇ ਗੰਗਾ ਜਮਨਾ ਸੁਰਸਤੀ ਅਤੇ ਬੇਣੀ ਤੋਂ ਭਾਵ ਹੈ ਤ੍ਰਿਵੇਣੀ ਦਾ ਸੰਗਮ ਹੈ, ਕਹਿ ਲਈਏ ਸੰਬੰਧ ਹੈ। ਜਿੱਥੇ ਗੰਗਾ ਜਮਨਾ ਤੇ ਸੁਰਸਤੀ ਤਿੰਨਾਂ ਦਾ ਸੰਬੰਧ ਹੁੰਦਾ, ਤਿੰਨੇ ਮਿਲਦੀਆਂ ਹਨ। ਸੋ ਕਹਿਣ ਲੱਗੇ ਸੋ ਉਸ ਨੂੰ ਪਿਰਾਗ ਕਿਹਾ ਜਾਂਦਾ ਹੈ। ਮਨ ਮੱਜਨ ਕਰੇ ਥਾਈ ਬੇਣੀ ਸੰਗਮ ਤਹਿ ਪ੍ਰਾਗ, ਉਸ ਨੂੰ ਪ੍ਰਾਗ ਰਾਜ ਕਿਹਾ ਜਾਂਦਾ ਹੈ। ਸਾਡੀ ਇਸ ਧਰਤੀ ਦੇ ਉੱਪਰ ਵੀ ਇਹ ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ, ਉਸ ਜਗ੍ਹਾ ਨੂੰ ਪ੍ਰਾਗ ਰਾਜ ਆਖਿਆ ਜਾਂਦਾ ਹੈ। ਕਹਿਣ ਲੱਗੇ ਭਾਈ ਜਿੱਥੇ ਮੇਲਾ ਹੁੰਦਾ ਇਹਨਾਂ ਤਿੰਨਾਂ ਦਾ, ਉਸ ਨੂੰ ਪ੍ਰਾਗ ਆਖਦੇ ਹਨ। ਮਨ ਮੱਜਨ ਕਰੇ ਤਥਾਈ। ਇਸੇ ਤਰ੍ਹਾਂ ਗੰਗਾ ਜਮਨਾ ਤੇ ਸੁਰਸਤੀ ਇਹ ਜਿਹੜੀਆਂ ਤਿੰਨ ਸੁਰਾਂ ਹਨ ਜਿਨ੍ਹਾਂ ਨੂੰ ਏੜਾ ਪਿੰਗਲਾ ਸੁਖਮਨਾ ਦਾ ਦਸਮ ਦਵਾਰ ਦੇ ਵਿੱਚ ਮੇਲ ਦੱਸਿਆ ਹੈ। ਇੱਕ ਉਦਾਹਰਨ ਦਿੱਤੀ ਹੈ, ਜਿਵੇਂ ਗੰਗਾ ਜਮਨਾ ਤੇ ਸੁਰਸਤੀ ਪ੍ਰਾਗ ਰਾਗ ਵਿੱਚ ਜਾ ਕੇ ਮਿਲਦੀਆਂ, ਐਸੇ ਤਰ੍ਹਾਂ ਏੜਾ ਪਿੰਗਲਾ ਤੇ ਸੁਖਮਨਾ ਜਿਹੜੀਆਂ ਸਾਡੀਆਂ ਇਹ ਸੁਰਾਂ ਹਨ, ਇਹ ਜਾ ਕੇ ਦਸਮ ਦਵਾਰ ਦੇ ਵਿੱਚ ਮਿਲਦੀਆਂ, ਇਕੱਠੀਆਂ ਹੁੰਦੀਆਂ। ਤੇ ਬਖਸ਼ਿਸ਼ ਕਰਦੇ ਕਹਿਣ ਲੱਗੇ ਮਨ ਮੱਜਨ ਕਰੇ ਤਥਾਹੀ। ਤੇ ਫਿਰ ਕਹਿਣ ਲੱਗੇ ਵੀ ਇਹ ਜਿਹੜਾ ਦਸਮ ਦਵਾਰ ਹੈ ਨਾ, ਇੱਕ ਪ੍ਰਾਗ ਰਾਜ ਤੀਰਥ ਹੈ। ਜਿਹੜੇ ਯੋਗਾਨੰਦ ਨੂੰ ਪ੍ਰਾਪਤ ਕਰਨ ਵਾਲੇ ਗੁਰਮੁਖ ਨੇ ਉਹ ਯੋਗਾਨੰਦ ਰੂਪੀ ਅੰਮ੍ਰਿਤ ਦੇ ਨਾਲ ਇਸ ਦੀ ਪ੍ਰਾਪਤੀ ਕਰਦੇ ਹਨ। ਸੰਤ ਹੋ ਤਾਂ ਨਿਰੰਜਨ ਰਾਮ ਹੈ।
ਮਨ ਮੱਜਨ ਕਰੇ ਤਥਾਈ ਬਚਨ ਕਰਦੇ ਪੈ। ਕਹਿਣ ਲੱਗੇ ਦਸਮ ਦਵਾਰ ਰੂਪੀ ਗੁਰਮੁਖੋ ਪ੍ਰਾਗ ਰਾਜ ਹੈ, ਅਤੇ ਇਸੇ ਤਰ੍ਹਾਂ ਜੋਗਾਨੰਦ ਰੂਪੀ ਜਿਹੜਾ ਅੰਮ੍ਰਿਤ ਵਿੱਚ ਮਨ ਮੱਜਨ ਕਰੇ, ਜਿਹੜੇ ਗੁਰਮੁਖ ਹਨ ਉਹ ਮਨ ਕਰਕੇ ਮੱਜਨ ਕਹੀਏ ਇਸ਼ਨਾਨ ਕਰਦੇ। ਜੋਗਾਨੰਦ ਨੂੰ ਪ੍ਰਾਪਤ ਕਰਨ ਵਾਲੇ ਗੁਰਮੁਖ ਇਸ ਤਰ੍ਹਾਂ ਉੱਥੇ ਜਾ ਕੇ ਦਸਮ ਦਵਾਰ ਦੇ ਵਿੱਚ ਅੰਮ੍ਰਿਤ ਨਾਮ ਦੇ ਨਾਲ ਇਸ਼ਨਾਨ ਕਰਦੇ ਹਨ। ਸੰਤ ਹੋ ਤਹਾਂ ਨਰੰਜਨ ਰਾਮ ਹੈ। ਇਸ ਕਰਕੇ ਹੇ ਸੰਤੋ, ਨਾਮ ਜਪਣ ਵਾਲਿਓ ਗੁਰਮੁਖੋ, ਤਹਾਂ ਨਰੰਜਨ ਰਾਮ ਹੈ। ਉਸ ਦਸਮ ਦਵਾਰ ਦੇ ਵਿੱਚ ਨਿਰਅੰਜਨ ਜਿਹੜਾ ਮਾਇਆ ਦੀ ਮੈਲ ਤੋਂ ਰਹਿਤ ਪਰਮਾਤਮਾ ਹੈ, ਉਹਦਾ ਵਾਸਾ ਦਸਮ ਦਵਾਰ ਦੇ ਵਿੱਚ ਯੋਗੀਆਂ ਨੂੰ ਪ੍ਰਾਪਤ ਹੁੰਦਾ ਹੈ। ਗੁਰਗਮ ਚੀਨੈ ਬਿਰਲਾ ਕੋਏ। ਪਰ ਗੁਰਮੁਖੋ ਇਸ ਗਿਆਨ ਨੂੰ ਗੁਰਾਂ ਦੁਆਰੇ ਕੋਈ ਵਿਰਲਾ ਹੀ ਸਮਝਦਾ ਹੈ। ਗੁਰਗਮ, ਜਿਸ ਗੁਰੂ ਦੀ ਗਿਆਨ ਦੇ ਵਿੱਚ ਗਮ ਕਹੀਏ ਗਮਤਾ ਹੈ, ਐਸੇ ਗੁਰੂ ਦੁਆਰਾ ਇਸ ਗਿਆਨ ਨੂੰ ਕੋਈ ਵਿਰਲਾ ਗੁਰਮੁਖ ਹੀ ਚੀਨੇ ਕਹੀਏ ਜਾਣਦਾ ਹੈ। ਤਹਾਂ ਨਰੰਜਨ ਰਮਈਆ ਹੋਏ। ਤੇ ਕਹਿਣ ਲੱਗੇ ਉਸ ਦਸਮ ਦਵਾਰ ਦੇ ਵਿੱਚ ਰਮਈਆ ਜਿਹੜਾ ਰਮਿਆ ਹੋਇਆ, ਨਿਰੰਜਨ ਜਿਹੜਾ ਮਾਇਆ ਦੀ ਮੈਲ ਤੋਂ ਰਹਿਤ ਪਰਮਾਤਮਾ ਹੈ, ਉਸ ਦੀ ਪ੍ਰਾਪਤੀ ਜੋਗਾਨੰਦ ਪ੍ਰਾਪਤ ਕਰਨ ਵਾਲੇ ਗੁਰਮੁਖਾਂ ਨੂੰ ਦਸਮ ਦਵਾਰ ਵਿੱਚ ਪ੍ਰਾਪਤ ਹੁੰਦੀ ਹੈ। ਦੇਵ ਸਥਾਨੈ ਕਿਆ ਨਿਸ਼ਾਨੀ। ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਦਸਮ ਦਵਾਰ ਦੀ ਕੀ ਨਿਸ਼ਾਨੀ ਹੈ, ਦੱਸਣਾ ਕਰੋ। ਤਹਿ ਬਾਜੇ ਸ਼ਬਦ ਅਨਾਹਤ ਬਾਣੀ। ਬੇਣੀ ਜੀ ਕਹਿਣ ਲੱਗੇ ਭਾਈ ਉੱਥੇ ਅਨਾਹਤ ਵਾਜੇ ਜਿਹੜੇ ਦਸਮ ਦਵਾਰ ਦੇ ਵਿੱਚ ਸੁਣਾਈ ਦਿੰਦੇ ਹਨ। ਤਹਿ ਚੰਦ ਨਾ ਸੂਰਜ ਪੌਣ ਨਾ ਪਾਣੀ। ਉਸ ਦਸਮ ਦਵਾਰ ਦੇ ਵਿੱਚ ਨਾ ਕੋਈ ਚੰਦਰਮਾ ਤੇ ਨਾ ਕੋਈ ਸੂਰਜ ਹੈ, ਇਹਨਾਂ ਦੀ ਕਲਪਨਾ ਬਿਲਕੁਲ ਨਹੀਂ ਹੈ। ਪੌਣ ਨਾ ਪਾਣੀ, ਨਾ ਉੱਥੇ ਕੋਈ ਪੌਣ ਹਵਾ ਹੈ ਤੇ ਨਾ ਹੀ ਉੱਥੇ ਕੋਈ ਪਾਣੀ ਦੀ ਕਲਪਨਾ ਹੈ। ਸਾਖੀ ਜਾਗੀ ਗੁਰਮੁਖ ਜਾਣੀ। ਸੋ ਜਿਨ੍ਹਾਂ ਨੇ ਗੁਰਮੁਖ ਮੁਖੀ ਗੁਰਾਂ ਦੁਆਰਾ ਸਾਖੀ ਕਹੀਏ ਸਿੱਖਿਆ ਪ੍ਰਾਪਤ ਕੀਤੀ ਹੈ, ਉਹਨਾਂ ਦੀ ਬਿਰਤੀ ਜਾਗੀ ਹੈ, ਉਹਨਾਂ ਦੀ ਬਿਰਤੀ ਜਾਗ ਪਈ ਹੈ। ਉਹ ਸੰਸਾਰ ਦੇ ਵਿੱਚ ਆਪਣੀ ਬਿਰਤੀ ਨੂੰ ਜਗਾ ਕੇ ਦਸਮ ਦਵਾਰ ਦੀ ਜਿਹੜੀ ਜਗ੍ਹਾ ਹੈ ਉਸ ਨੂੰ ਜਾਗੀ ਕਹੀਏ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ। ਜਿਨ੍ਹਾਂ ਦੀ ਬਿਰਤੀ ਜਾਗੀ ਹੈ ਪੂਰੇ ਗੁਰੂ ਦੁਆਰਾ, ਭਗਤ ਜੀ ਕਹਿਣ ਲੱਗੇ ਉਹ ਦਸਮ ਦਵਾਰ ਦੀ ਪ੍ਰਾਪਤੀ ਵਾਲੇ ਗੁਰਮੁਖ ਬਣ ਗਏ। ਦਸਮ ਦਵਾਰ ਰੂਪੀ ਜਗ੍ਹਾ ਉਹਨਾਂ ਨੂੰ ਪ੍ਰਾਪਤ ਹੋਈ ਹੈ। ਉਪਜੈ ਗਿਆਨ ਦੁਰਮਤ ਸੀਜਾ। ਦਸਮ ਦਵਾਰ ਦੁਆਰਾ ਗੁਰਮੁਖੋ ਜਿਹੜਾ ਸਵਾਸਾਂ ਨੂੰ ਚੜਾਉਣਾ ਹੈ, ਦਸਮ ਦਵਾਰ ਦੇ ਵਿੱਚ ਸਾਹ ਚੜਾਉਣੇ, ਇਸੇ ਤਰ੍ਹਾਂ ਉਸ ਦਾ ਜਿਹੜਾ ਗਿਆਨ ਪ੍ਰਾਪਤ ਹੋਣਾ ਹੈ, ਉਹਦੇ ਨਾਲ ਦੁਰਮਤ ਛੀਜੈ, ਖੋਟੀ ਮਤ ਨਾਸ ਹੋ ਜਾਂਦੀ ਹੈ। ਜਦੋਂ ਦਸਵੇਂ ਦਵਾਰ ਵਿੱਚ ਸਵਾਸ ਚੜਾਉਣੇ, ਜਦੋਂ ਸਵਾਸ ਚੜ ਜਾਂਦੇ, ਫਿਰ ਉਹਨਾਂ ਗੁਰਮੁਖਾਂ ਨੂੰ ਇਹ ਜੋਗਾਨੰਦ ਪ੍ਰਾਪਤ ਕਰਨ ਵਾਲੇ ਜੋਗੀਆਂ ਨੂੰ ਦੁਰਮਤ ਨਾਸ ਹੈ, ਖੋਟੀ ਮਤ ਨਾਸ ਹੁੰਦੀ ਹੈ। ਅੰਮ੍ਰਿਤ ਰਸ ਗਗਨੰਤਰ ਭੀਜੈ। ਗਗਨੰਤਰ ਤੋਂ ਭਾਵ ਹੈ ਗੁਰਮੁਖੋ ਦਸਵਾਂ ਦਵਾਰ। ਕਹਿਣ ਲੱਗੇ ਦਸਵੇਂ ਦਵਾਰ ਦੇ ਵਿੱਚ ਜੋ ਜੋਗਾਨੰਦ ਰੂਪੀ ਅੰਮ੍ਰਿਤ ਰਸ ਹੈ, ਜੋਗੀ ਦਸਮ ਦਵਾਰ ਦੇ ਵਿੱਚ ਜੋਗਾਨੰਦ ਨੂੰ ਪ੍ਰਾਪਤ ਕਰਦੇ ਰਹਿੰਦੇ, ਰਸ ਲੈਂਦੇ ਰਹਿੰਦੇ। ਕਹਿਣ ਲੱਗੇ ਉਸ ਦੇ ਲੈਣ ਦੇ ਵਿੱਚ ਫਿਰ ਮਨ ਜਿਹੜਾ ਉਹ ਭਿੱਜ ਜਾਂਦਾ ਹੈ। ਇਸ ਤਰ੍ਹਾਂ ਦਸਵੇਂ ਦਵਾਰ ਦੇ ਆਨੰਦ ਨੂੰ ਪ੍ਰਾਪਤ ਕਰਦੇ ਹਨ। ਇਸ ਕਲਾ ਜੋ ਜਾਣੈ ਭਿਓ। ਸੋ ਕਹਿਣ ਲੱਗੇ ਇਸ ਕਲਾ ਦਾ ਜੋ ਪੁਰਸ਼ ਇਸ ਹਠ ਯੋਗ ਦੀ ਕਲਾ ਜੁਗਤੀ ਨੂੰ ਜਾਣਦਾ ਹੈ, ਗੁਰਮੁਖੋ ਇਸ ਯੋਗ ਨੂੰ ਹਠ ਯੋਗ ਲਿਖਿਆ ਹੈ ਵੀ ਹਠ ਕਰਕੇ ਯੋਗ ਪ੍ਰਾਪਤ ਕਰਨਾ। ਪੁੱਠੇ ਲਟਕੇ ਰਹਿਣਾ ਵੀ ਹਠ ਹੀ ਹੈ ਨਾ। ਇੱਕ ਪੈਰ ਦੇ ਉੱਪਰ ਖੜੇ ਰਹਿਣਾ, ਪੈਰਾਂ ਦੇ ਪੰਜਿਆਂ ਦੇ ਉੱਪਰ, ਪੱਬਾਂ ਦੇ ਉੱਪਰ ਖੜੇ ਰਹਿਣਾ। ਸੋ ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦੇ ਕੇ ਰੱਦ ਨਾ ਕਰਨੀ, ਇਸ ਨੂੰ ਹਠ ਯੋਗ ਲਿਖਿਆ ਹੈ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੰਤਰੇਨ ਮਹਾਂਪੁਰਖ ਦੇ ਆਸ਼ਰਮ ਦੇ ਵਿੱਚ ਗਏ ਸਨ, ਜਿੱਥੇ 20 ਦਾ ਮਹਾਰਾਜ ਨੇ ਲੰਗਰ ਛਕਾਇਆ ਸੀ, ਅਤੇ ਉੱਥੇ ਬਚਨ ਆਉਂਦਾ ਵੀ ਉਹ ਜਿਹੜੇ ਸਾਧੂ ਸਨ, ਕੋਈ ਇੱਕ ਲੱਤ ਦੇ ਉੱਪਰ ਖਲੋਤਾ ਹੋਇਆ, ਕੋਈ ਪੈਰਾਂ ਦੇ ਪੰਜਿਆਂ ਦੇ ਉੱਪਰ ਖਲੋਤਾ ਹੋਇਆ, ਕੋਈ ਪੁੱਠਾ ਆਪਣੇ ਸਰੀਰ ਨੂੰ ਕੀਤਾ ਹੋਇਆ, ਕਿਸੇ ਨੇ ਪਾਣੀ, ਕਿਸੇ ਨੇ ਪ੍ਰਸ਼ਾਦਾ। ਉਹਨਾਂ ਨੂੰ ਰੋਕ ਕੇ ਐਸੀ ਭੁੱਖ ਤੇ ਤ੍ਰੇਹ ਨੂੰ ਸਹਾਰਦਿਆਂ ਹੋਇਆਂ ਤਪ ਕਰਦੇ ਪਏ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹਨਾਂ ਦਾ ਤਪ ਵੇਖ ਕੇ ਉਸ ਵੇਲੇ ਪੁੱਛਿਆ ਸੀ ਸੰਤਰੇਨ ਸਾਧੂ ਨੂੰ। ਕਹਿਣ ਲੱਗੇ ਮਹਾਂਪੁਰਖੋ, ਬੜੀ ਬੰਦਗੀ ਕਰਦੇ ਪਏ, ਸਰੀਰ ਨੂੰ ਕਸ਼ਟ ਦੇ ਕੇ, ਪ੍ਰਸ਼ਾਦਾ ਪਾਣੀ ਕਿਵੇਂ ਚੱਲਦਾ? ਅਤੇ ਉਸ ਵੇਲੇ ਸੰਤਰੇਨ ਨੇ ਆਖਿਆ ਸੀ ਵੀ ਬਾਲਕੇ ਅਸੀਂ ਮੰਗਣ ਨਹੀਂ ਜਾਂਦੇ। ਸਾਧੂ ਹੋਇਆ ਅਤੇ ਮੰਗਣ ਚਲੇ ਗਿਆ, ਉਹ ਸਾਧੂ ਹੀ ਕਾਹਦਾ ਹੈ?
ਮੰਗਣ ਨਹੀਂ ਜਾਂਦੇ। ਜੋ ਕਿਸਮਤ ਵਿੱਚ ਮਿਲਿਆ ਇੱਥੇ ਮਿਲੇਗਾ ਤੇ ਛਕ ਲਈਦਾ ਹੈ। ਉਸ ਵੇਲੇ ਮਹਾਰਾਜ ਨੇ ਐਸਾ ਬਚਨ ਸੁਣ ਕੇ ਫਿਰ ਬੜੇ ਖੁਸ਼ ਹੋਏ ਤੇ ਮਹਾਰਾਜ ਨੇ ਉਹਨਾਂ ਵਾਸਤੇ 20 ਦਾ ਬੇਅੰਤ ਭੋਜਨ ਲਿਆ ਕੇ ਉਹਨਾਂ ਨੂੰ ਛਕਾਇਆ। ਸੋ ਬਚਨ ਆ ਗਿਆ ਹੈ, ਕਹਿਣ ਲੱਗੇ ਭਾਈ ਇਹ ਜਿਹੜਾ ਗੁਰਮੁਖੋ ਹੱਠ ਯੋਗ ਹੈ ਨਾ, ਇਹ ਕਰਨਾ ਬੜਾ ਔਖਾ ਹੈ। ਸਰੀਰ ਨੂੰ ਕਸ਼ਟ ਦੇ ਦੇ ਕੇ ਜੋ ਕਰਿਆ ਜਾਂਦਾ ਹੈ। ਇਸ ਕਲਾ ਕਾ ਜੋ ਜਾਣੈ ਭਿਓ, ਕਹਿਣ ਲੱਗੇ ਇਸ ਹੱਠ ਯੋਗ ਦੀ ਕਲਾ ਜੁਗਤੀ, ਇਹਦਾ ਜਿਹੜਾ ਕੋਈ ਮਹਾਂਪੁਰਖ ਭੇਦ ਜਾਣਦਾ ਹੈ। ਭੇਟੈ ਤਾਸ ਪਰਮ ਗੁਰਦੇਵ, ਤੇ ਪਰਮ ਤੋਂ ਭਾਵ ਹੈ ਉਤਕ੍ਰਿਸ਼ਟ ਜੋ ਪਰਮਾਤਮਾ ਹੈ ਵੱਡਾ, ਤੇ ਗੁਰਦੇਵ ਤੋਂ ਭਾਵ ਜਿਹੜਾ ਪੂਜਨੀਕ ਤੇ ਪ੍ਰਕਾਸ਼ ਸਰੂਪ ਪਰਮਾਤਮਾ ਭੇਟੈ ਕਹੀਏ ਉਸ ਨੂੰ ਮਿਲਦਾ ਹੈ। ਜਿਹੜਾ ਹੱਠ ਯੋਗ ਕਰਦਾ ਹੈ ਨਾ, ਹੱਠ ਯੋਗ ਆਪਣੇ ਸਰੀਰ ਨੂੰ ਕਸ਼ਟ ਦੇ ਦੇ ਕੇ ਜਿਸ ਨੇ ਇਹ ਯੋਗ ਕਰਿਆ ਹੈ ਉਸ ਨੂੰ ਫਿਰ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਦਸਮ ਦੁਆਰਾ ਅਗਮ ਅਪਾਰਾ, ਅਗਮ ਅਪਾਰਾ ਖੌਫ ਤੋਂ ਰਹਿਤ ਤੇ ਬੇਅੰਤ ਗੁਣਾ ਵਾਲਾ ਜੋ ਪਰਮੇਸ਼ਰ ਹੈ। ਦਸਮ ਦੁਆਰਾ ਅਗਮ ਅਪਾਰਾ ਜੋ ਅਗਮ ਅਪਾਰ ਪਰਮਾਤਮਾ ਹੈ। ਪਰਮ ਪੁਰਖ ਕੀ ਘਾਟੀ, ਉਸ ਨੂੰ ਪਰਮ ਪੁਰਖ ਆਖਿਆ। ਪਰਮਾਤਮਾ ਨੂੰ ਪਰਮ ਪੁਰਖ ਕਹਿੰਦੇ ਨੇ। ਤੇ ਉਸ ਪਰਮਾਤਮਾ ਦੇ ਰਹਿਣ ਦੀ ਘਾਟੀ ਜਿਹੜੀ ਜਗ੍ਹਾ ਹੈ ਉਹ ਕਿਹੜੀ ਹੈ? ਦਸਮ ਦੁਆਰ। ਜਿਹੜੇ ਹੱਠ ਯੋਗ ਨੂੰ ਕਰਨ ਵਾਲੇ ਜੋਗੀ ਨੇ ਉਹ ਇਸ ਗੱਲ ਨੂੰ ਕਹਿੰਦੇ ਨੇ ਕਿ ਉਹ ਜੋ ਪਰਮਾਤਮਾ ਹੈ ਅਗਮ ਅਪਾਰ ਹੈ, ਬੇਅੰਤ ਹੈ, ਉਸ ਦੀ ਜਿਹੜੀ ਜਗ੍ਹਾ ਹੈ ਰਹਿਣ ਵਾਸਤੇ ਉਹ ਦਸਮ ਦੁਆਰ ਹੈ, ਵੀ ਉਹਦਾ ਦਸਵੇਂ ਦੁਆਰ ਦੇ ਵਿੱਚ ਵਾਸਾ ਹੁੰਦਾ। ਇਸ ਕਰਕੇ ਹੱਠ ਯੋਗ ਕਰਨ ਵਾਲੇ ਜਿਹੜੇ ਗੁਰਮੁਖ ਨੇ ਉਹ ਦਸਮ ਦੁਆਰ ਦੀ ਪ੍ਰਾਪਤੀ ਕਰਕੇ ਉੱਥੇ ਜਾ ਕੇ ਫਿਰ ਅੰਮ੍ਰਿਤ ਰਸ ਨੂੰ ਲੈਂਦੇ ਨੇ। ਅੰਮ੍ਰਿਤ ਰਸ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਉਪਰ ਹਾਟ ਹਾਟ ਪਰ ਆਲਾ, ਸੋ ਕਹਿਣ ਲੱਗੇ ਉੱਪਰ ਤੋਂ ਭਾਵ ਹੁੰਦਾ ਉੱਚਾ। 84 ਲੱਖ ਜੂਨਾਂ ਪੈਦਾ ਕੀਤੀਆਂ ਪਰਮਾਤਮਾ ਨੇ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਇਸ ਧਰਤੀ ਮੈਂ ਤੂੰ ਸਿਰ ਕਰਿਆ। ਬਾਣੀ ਦਾ ਬਚਨ ਹੈ ਕਿ ਜਿਹੜੀਆਂ 84 ਲੱਖ ਜੂਨਾਂ ਨੇ ਉਹਨਾਂ ਵਿੱਚੋਂ ਸਭ ਤੋਂ ਉੱਤੇ ਜੇ ਕੋਈ ਹੈ ਤੇ ਉਹ ਮਨੁੱਖਾ ਜਨਮ ਹੈ ਜਿਹਦੇ ਵਿੱਚ ਅਸੀਂ ਪ੍ਰਾਪਤ ਹੋਏ ਹਾਂ। ਇਹਦੇ ਤੋਂ ਸਾਰੀਆਂ ਜੂਨਾਂ ਬਾਕੀ ਥੱਲੇ ਨੇ। ਕਈ ਵਾਰੀ ਅਸੀਂ ਇਹ ਗਿਲਾ ਕਰਦੇ ਹਾਂ, ਸ਼ਿਕਵਾ ਕਰਦੇ ਹਾਂ ਵੀ ਰੱਬ ਨੇ ਮੈਨੂੰ ਕੀ ਦਿੱਤਾ ਹੈ, ਮੈਨੂੰ ਤੇ ਕੁਝ ਨਹੀਂ ਮਿਲਿਆ ਹੈ। ਪਰ ਕਦੇ ਤੂੰ ਇਹ ਨਹੀਂ ਸੋਚਿਆ ਕਿ ਰੱਬ ਨੇ 83,99,999 ਜੂਨਾਂ ਵਿੱਚੋਂ ਤੈਨੂੰ ਕੱਢ ਕੇ ਮਨੁੱਖਾ ਜਨਮ ਦਿੱਤਾ ਹੈ। ਇਹਦੇ ਤੋਂ ਵੱਡੀ ਹੋਰ ਦਾਤ ਕੀ ਹੋ ਸਕਦੀ ਹੈ? ਸਰਕਾਰ ਕੋਈ ਨੌਕਰੀ ਕੱਢ ਦੇਵੇ ਨਾ ਤੇ ਉਹਦੇ ਵਿੱਚ ਨੌਕਰੀ ਲੈਣ ਵਾਸਤੇ ਮੰਨ ਲਓ ਜੇ 100 ਬੰਦਾ ਰੱਖਣਾ ਤੇ ਹੋ ਸਕਦਾ ਵੀ ਉੱਥੇ 5000 ਹੋ ਜਾਵੇ। ਤੇ ਆਪਾਂ ਕਹਿੰਦੇ ਆ ਵੀ 5000 ਵਿੱਚੋਂ ਆਪਣਾ ਨੰਬਰ ਤੇ ਆਉਣਾ ਹੀ ਨਹੀਂ ਹੈ। 5000 ਵਿੱਚੋਂ ਵੀ ਸਾਨੂੰ ਆਪਣਾ ਨੰਬਰ ਆਉਣ ਦੀ ਉਮੀਦ ਨਹੀਂ ਹੁੰਦੀ ਹੈ। ਪਰਮਾਤਮਾ ਨੇ ਤੈਨੂੰ 83 ਲੱਖ ਜੂਨਾਂ ਉਹਦੇ ਵਿੱਚੋਂ ਕੱਢ ਕੇ ਤੈਨੂੰ ਮਨੁੱਖ ਬਣਾ ਦਿੱਤਾ ਹੈ। ਤੇ ਫਿਰ ਤੂੰ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝਣਾ ਵੀ ਮੈਂ ਵਾਕਿਆ ਹੀ ਮੇਰੇ ਚੰਗੇ ਭਾਗ ਨੇ, ਇੰਨੀਆਂ ਜੂਨਾਂ 'ਚੋਂ ਕੱਢ ਕੇ ਰੱਬ ਮੈਨੂੰ ਮਨੁੱਖ ਬਣਾਉਂਦਾ ਪਿਆ ਜਾਂ ਬਣਾ ਦਿੱਤਾ ਹੈ। ਤੇ ਫਿਰ ਤੂੰ ਇਹ ਗੱਲ ਕਿਉਂ ਕਹਿੰਦਾ ਹੈ ਕਿ ਰੱਬ ਨੇ ਮੈਨੂੰ ਕੁਝ ਨਹੀਂ ਦਿੱਤਾ ਹੈ? ਰੱਬ ਨੇ ਤੈਨੂੰ ਮਨੁੱਖਾ ਜਨਮ ਦੇ ਦਿੱਤਾ ਹੈ। ਤੇ ਕਾਹਦੇ ਵਾਸਤੇ ਦਿੱਤਾ? ਕਹਿਣ ਲੱਗੇ ਅਵਰ ਕਾਜ ਤੇਰਾ ਕਹਿਤਾ ਨਾ ਕਾਮ ਮਿਲ ਸਾਧ ਸੰਗਤ, ਭਜ ਕੇਵਲ ਨਾਮ। ਸੰਗਤ ਵਿੱਚ ਬੈਠ ਕੇ ਨਾਮ ਜਪਣਾ। ਜੇ ਕੁੱਤਾ ਕਿਤੇ ਆ ਵੀ ਜਾਵੇ ਨਾ ਕਿਤੇ ਦਰਵਾਜ਼ੇ ਦੇ ਸਾਹਮਣੇ ਤੇ ਪਹਿਰੇਦਾਰ ਡੰਡਾ ਲੈ ਕੇ ਖਲੋਤਾ, ਝਾਟੀ ਕੁੱਤੇ ਦੇ ਵੱਜੇਗਾ, ਭੱਜਣਾ ਪਵੇਗਾ। ਕੁੱਤਾ ਆ ਕੇ ਸੰਗਤ ਵਿੱਚ ਬੈਠ ਨਹੀਂ ਸਕਦਾ ਹੈ। ਪਰ ਮਨੁੱਖ ਦੇ ਬੈਠਣ ਵਾਸਤੇ ਸਾਰੀਆਂ ਸਹੂਲਤਾਂ ਨੇ। ਜੋੜਾ ਤਾਰਨ ਦੀ ਸਹੂਲਤ ਹੈ, ਪੈਰ ਧੋਣ ਦੀ ਸਹੂਲਤ ਹੈ, ਪੱਖੇ ਥੱਲੇ ਬੈਠਣਾ, ਸਾਰੀਆਂ ਸਹੂਲਤਾਂ ਮਿਲਦੀਆਂ ਸੰਗਤ ਵਿੱਚ। ਕਿਉਂ ਮਿਲਦੀਆਂ? ਕਿਉਂਕਿ ਸਾਡੇ ਕੋਲ ਇੱਕ ਮਨੁੱਖਾ ਜਨਮ ਹੈ ਜਿਹੜਾ ਬੜਾ ਦੁਰਲੱਭ ਤੇ ਬੜੇ ਲੰਮੇ ਸਮੇਂ ਬਾਅਦ ਪਰਮਾਤਮਾ ਨੇ ਸਾਨੂੰ ਤਰੁੱਠ ਕੇ ਤਰਸ ਕਰਕੇ ਦਿੱਤਾ। ਪਰ ਫਿਰ ਵੀ ਸਾਨੂੰ ਇਸ ਜਨਮ ਦੀ ਕਦਰ ਨਹੀਂ ਹੈ। ਸਾਨੂੰ ਪਤਾ ਹੀ ਨਹੀਂ ਵੀ ਇਹ ਜਨਮ ਸਾਨੂੰ ਕਾਹਦੇ ਵਾਸਤੇ ਮਿਲਿਆ ਹੈ। ਅਸੀਂ ਸੰਸਾਰ ਦੇ ਧੰਦਿਆਂ ਵਿੱਚ ਲਾ ਕੇ ਇਸ ਨੂੰ ਗਵਾਈ ਜਾ ਰਹੇ। ਬਚਨ ਆ ਗਿਆ, ਕਹਿਣ ਲੱਗੇ ਭਾਈ 83,99,999 ਜੂਨਾਂ ਉਹਦੇ ਵਿੱਚੋਂ ਪਰਮਾਤਮਾ ਨੇ ਤੈਨੂੰ ਮਨੁੱਖ ਬਣਾਇਆ ਹੈ, ਤਾਂ 84 ਲੱਖ ਪੂਰੀਆਂ ਹੋਈਆਂ। ਪਰ ਕਹਿਣ ਲੱਗੇ ਉੱਪਰ ਹਾਟ, ਇਹ ਜਿੰਨੀਆਂ ਜੂਨੀਆਂ ਰੂਪੀ ਹੱਟੀਆਂ ਨੇ ਉਹਨਾਂ ਦੇ ਬੰਦਿਆਂ ਸਾਰਿਆਂ ਤੋਂ ਤੈਨੂੰ ਉੱਪਰ ਬਣਾਇਆ ਪਰਮਾਤਮਾ ਨੇ।
ਸਭ ਤੋਂ ਉੱਚਾ ਤੈਨੂੰ ਬਣਾਇਆ ਹੈ। ऊपर हाट हाट पर आला। ਜਿਹੜਾ ਬੰਦਾ ਹੈ ਉਹ ਸਾਰੀਆਂ ਜੂਨੀਆਂ ਤੋਂ ਉੱਤੇ ਹੈ, ਤੇ ਬੰਦੇ ਦੇ ਸਭ ਤੋਂ ਉੱਤੇ ਕੀ ਹੈ? ਬੰਦੇ ਦੇ ਸਭ ਤੋਂ ਉੱਤੇ ਹੈ ਦਸਵਾਂ ਦਵਾਰ। ਤੇ ਦਸਮ ਦਵਾਰ ਦੇ ਵਿੱਚ ਕੌਣ ਹੈ? ਕਹਿਣ ਲੱਗੇ ਦਸਵੇਂ ਦਵਾਰ ਦੇ ਵਿੱਚ ਹੈ ਪਰਮਾਤਮਾ। ਇਹ ਪਰਮਾਤਮਾ ਨੇ ਕਿਰਪਾ ਕੀਤੀ ਹੈ। ਸਾਰੀਆਂ ਜੂਨੀਆਂ ਤੋਂ ਬੰਦਾ ਉੱਤੇ ਹੈ, ਬੰਦੇ ਦੇ ਸਭ ਤੋਂ ਉੱਤੇ ਦਸਵਾਂ ਦਵਾਰ ਹੈ, ਤੇ ਦਸਵੇਂ ਦਵਾਰ ਦੇ ਵਿੱਚ ਸਭ ਤੋਂ ਉੱਚਾ ਜੋ ਪਰਮਾਤਮਾ ਹੈ। ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾਵਾਰਾ। ਉਹ ਪਰਮਾਤਮਾ ਦਸਮ ਦਵਾਰ ਦੇ ਵਿੱਚ ਨਿਵਾਸ ਕਰਦਾ ਹੈ। ਉੱਪਰ ਹਾਟ ਹਾਟ ਪੈ ਆਲਾ। ਸਾਰੀਆਂ ਜੂਨੀਆਂ ਤੋਂ ਉੱਪਰ ਮਨੁੱਖਾ ਜਨਮ, ਮਨੁੱਖਾ ਜਨਮ ਰੂਪੀ ਜਿਹੜੀ ਹੱਟੀ ਹੈ, ਇਹਦੇ ਉੱਪਰ ਆਲਾ ਕਹੀਏ ਦਸਵਾਂ ਦਵਾਰ ਹੈ। ਆਲੇ ਭੀਤਰ ਥਾਤੀ। ਤੇ ਉਸ ਦਸਮ ਦਵਾਰ ਰੂਪੀ ਆਲੇ ਦੇ ਵਿੱਚ ਕਹਿਣ ਲੱਗੇ ਜੋਗਾਨੰਦ ਰੂਪੀ ਥੈਲੀ ਹੈ। ਜਿਵੇਂ ਥੈਲੀ ਭਰੀ ਹੋਵੇ ਤੇ ਉਹਦੇ ਵਿੱਚੋਂ ਬੂੰਦ ਬੂੰਦ ਕਰਕੇ ਵਸਤੂ ਨਿਕਲਦੀ ਹੈ, ਇਹ ਜੋਗਾਨੰਦ ਰੂਪੀ ਥੈਲੀ ਭਰੀ ਹੋਈ ਹੈ, ਜਿਹਦੇ ਵਿੱਚੋਂ ਅੰਮ੍ਰਿਤ ਰਸ ਜਿਹੜਾ ਹੈ ਉਹ ਬੂੰਦ ਬੂੰਦ ਕਰਕੇ ਜੋਗੀਆਂ ਨੂੰ ਪ੍ਰਾਪਤ ਹੋ ਰਿਹਾ ਹੈ। ਜਾਗਤ ਰਹੈ ਸੋ ਕਬੋ ਨਾ ਸੋਵੈ। ਤੇ ਉਹ ਜਿਹੜਾ ਪੁਰਸ਼ ਹੈ ਫਿਰ ਸਦਾ ਹੀ ਜਾਗਦਾ ਰਹਿੰਦਾ। ਐਸੀ ਅਵਸਥਾ ਦਾ ਮਾਲਕ ਜਿਹੜਾ ਬਣ ਜਾਂਦਾ ਨਾ, ਦਸਵੇਂ ਦਵਾਰ ਨੂੰ ਪ੍ਰਾਪਤ ਕਰ ਲੈਂਦਾ ਹੈ। ਕਹਿਣ ਲੱਗੇ ਐਸਾ ਜਿਹੜਾ ਗੁਰਮੁਖ ਫਿਰ ਜਾਗਤ ਰਹੈ, ਉਹ ਜਾਗਦਾ ਹੀ ਰਹਿੰਦਾ ਹੈ ਹਮੇਸ਼ਾ, ਅਤੇ ਨਾ ਕਬਹੂ ਸੋਵੈ, ਫਿਰ ਕਦੇ ਵੀ ਉਹ ਸੌਂਦਾ ਨਹੀਂ ਹੈ। ਐਸੀ ਦਾਤ ਮਿਲਦੀ ਹੈ। ਤੀਨ ਤਲੋਕ ਸਮਾਦ ਪਲੋਵੈ। ਤਲੋਕ ਤੋਂ ਭਾਵ ਹੈ ਗੁਰਮੁਖੋ ਜਿਹੜੇ ਤਿੰਨ ਲੋਕ ਨੇ, ਇਹ ਤਿੰਨ ਲੋਕ ਰੂਪੀ ਜਿਹੜਾ ਸੰਸਾਰ ਹੈ, ਮਾਤ ਲੋਕ, ਪਤਾਲ ਲੋਕ ਤੇ ਸਵਰਗ ਲੋਕ, ਜਿਹੜੇ ਐਸੇ ਸੰਸਾਰ ਵਿੱਚ ਹੀ ਨੇ, ਬਾਹਰ ਕਿਤੇ ਨਹੀਂ ਹਨ। ਤੇ ਬਚਨ ਕਰਦੇ ਕਹਿਣ ਲੱਗੇ ਤੀਨ ਤਲੋਕ, ਇਹ ਤਿੰਨਾਂ ਲੋਕਾਂ ਦਾ ਸਰੂਪ ਜਿਹੜਾ ਸੰਸਾਰ ਹੈ। ਸੋ ਕਹਿਣ ਲੱਗੇ ਇਸ ਦੇ ਵਿੱਚ ਹੈ ਈੜਾ, ਪਿੰਗਲਾ ਔਰ ਸੁਖਮਨਾ, ਜਿਹੜੇ ਬਚਨ ਆਪਾਂ ਪਹਿਲਾਂ ਸ਼ੁਰੂ ਕੀਤੇ ਹਨ। ਇਹਨਾਂ ਸੁਰਾਂ ਦੇ ਦੁਆਰਾ ਆਪਣੇ ਪ੍ਰਾਣਾਂ ਨੂੰ ਫਿਰ ਚੜ੍ਹਾ ਲੈਣਾ ਅਤੇ ਫਿਰ ਉਤਾਰ ਲੈਣਾ ਤੇ ਫਿਰ ਟਿਕਾ ਲੈਣਾ। ਸੋ ਈੜਾ ਨਾਮ ਸੱਜੀ ਸੁਰ ਦਾ ਹੈ, ਜਿਸ ਨੂੰ ਚੰਦਰਮਾ ਦੀ ਮੰਨਿਆ, ਉਹਦੇ ਦੁਆਰਾ ਪ੍ਰਾਣ ਚੜ੍ਹਾਉਣੇ ਦਸਵੇਂ ਦਵਾਰ ਦੇ ਵਿੱਚ। ਪਿੰਗਲਾ ਖੱਬੀ ਸੁਰ ਸੂਰਜ ਦੀ, ਉਹਦੇ ਦੁਆਰਾ ਸਵਾਸ ਉਤਾਰਨਾ। ਅਤੇ ਸੁਖਮਨਾ ਤੋਂ ਭਾਵ ਵੀ ਸਵਾਸ ਆਪਣੇ ਟਿਕਾ ਲੈਣੇ, ਦਸਵੇਂ ਦਵਾਰ ਦੇ ਵਿੱਚ ਟਿਕਾ ਲੈਣੇ, ਟਿਕ ਜਾਣਾ ਤੇ ਸਮਾਧੀ ਲੱਗ ਜਾਣੀ। ਕਹਿਣ ਲੱਗੇ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਸਮਾਧੀ ਲਾਉਂਦੇ ਹਨ। ਬੀਜ ਮੰਤਰ ਲੈ ਹਿਰਦੈ ਰਹੈ। ਤੀਨ ਤਲੋਕ ਸਮਾਦ ਪਲੋਵੈ, ਬਾਣੀ ਦਾ ਬਚਨ ਹੈ। ਫਿਰ ਇਸ ਤਰ੍ਹਾਂ ਅਸਥਿਤ ਹੋ ਕੇ, ਪਲੋਵੈ ਤੋਂ ਭਾਵ ਹੈ ਕਿ ਜਿਹੜੇ ਗੁਰਮੁਖ ਨੇ ਉਹ ਅਭਾਵ ਕਰ ਲੈਂਦੇ, ਸਾਰੀਆਂ ਚੀਜ਼ਾਂ ਤੋਂ ਪਰੇ ਹੋ ਜਾਂਦੇ, ਸਭ ਚੀਜ਼ਾਂ ਦਾ ਅਭਾਵ ਕਰ ਲੈਂਦੇ, ਕਿਸੇ ਵਿੱਚ ਆਪਣੇ ਮਨ ਨੂੰ ਬੱਝਣ ਨਹੀਂ ਦਿੰਦੇ ਹਨ। ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਤੀਨ ਤਲੋਕ ਸਮਾਦ ਪਲੋਵੈ। ਸੋ ਤੀਨ ਤੋਂ ਭਾਵ ਹੈ ਤਿੰਨ ਸੁਰਾਂ ਜਿਹੜੀਆਂ ਨੇ, ਈੜਾ, ਪਿੰਗਲਾ ਤੇ ਸੁਖਮਨਾ, ਇਹਨਾਂ ਤਿੰਨਾਂ ਦੇ ਵਿੱਚ ਜੋ ਲੋਕ ਦੇਖਣਾ ਹੈ, ਲੋਕ ਹੀ ਦੇਖਣਾ ਹੈ। ਤਿੰਨਾਂ ਦੇ ਵਿੱਚ ਕਹਿਣ ਲੱਗੇ ਜੋ ਪਰਮਾਤਮਾ ਨੂੰ ਦੇਖਣਾ ਹੈ, ਉਸ ਨੂੰ ਸਮਾਧੀ ਵਿੱਚ ਵੇਖ ਕੇ ਜਿਹੜੇ ਗੁਰਮੁਖ ਨੇ ਪਲੋਵੈ, ਸਾਰੀ ਸੰਸਾਰ ਦੀਆਂ ਵਸਤੂਆਂ ਨੂੰ ਅਭਾਵ ਕਰ ਦਿੰਦੇ, ਪਰੇ ਕਰ ਦਿੰਦੇ ਹਨ। ਬੀਜ ਮੰਤਰ ਲੈ ਹਿਰਦੈ ਰਹੈ। ਗੁਰਮੁਖੋ ਸਾਰੇ ਮੰਤਰਾਂ ਦਾ ਬੀਜ ਰੂਪ ਕੀ ਹੈ, ਮੁੱਢ ਰੂਪ ਕੀ ਹੈ? ਸੋ ਉਸ ਨੂੰ ਕਿਹਾ ਜਾਂਦਾ ਹੈ ਓੰ ਸੋਹੰ। ਇਹ ਜੋਗੀ ਜਾਪ ਕਰਦੇ ਹਨ। ਜਿੰਨੇ ਮੰਤਰ ਨੇ ਉਹਨਾਂ ਮੰਤਰਾਂ ਦਾ ਬੀਜ ਮੰਤਰ ਜਿਹੜਾ ਹੈ, ਜੋਗੀ ਲੋਕ ਓੰਗ ਨੂੰ ਮੰਨਦੇ ਨੇ। ਜਿਵੇਂ ਆਪਾਂ ਕਹਿ ਦਿੰਦੇ ਹਾਂ ਇੱਕ ਓੰਕਾਰ, ਜੋਗੀ ਇੱਕ ਨਹੀਂ ਕਹਿੰਦੇ, ਇਕੱਲਾ ਹੀ ਕਹਿੰਦੇ ਓੰਗ। ਹਿੰਦੂ ਮਤ ਵਾਲੇ ਕਹਿ ਦਿੰਦੇ ਓਮ। ਸੋ ਇਸ ਤਰ੍ਹਾਂ ਇਹ ਜੋਗੀ ਲੋਕ ਜਿਹੜੇ ਨੇ ਇਸ ਤਰ੍ਹਾਂ ਮੰਤਰਾਂ ਦਾ ਜਾਪ ਕਰਦੇ। ਓੰਗ, ਕੋਈ ਆਖਦਾ ਹੈ ਸੋਹੰ। ਇਹਨਾਂ ਮੰਤਰਾਂ ਦਾ ਜਾਪ ਕਰਕੇ ਉਸ ਵੇਲੇ ਹਿਰਦੈ ਰਹਿ, ਆਪਣੇ ਹਿਰਦੇ ਵਿੱਚ ਸਥਿਤ ਹੋ ਜਾਂਦੇ, ਹਿਰਦੇ ਵਿੱਚ ਇਸ ਮੰਤਰ ਨੂੰ ਲੈ ਜਾਂਦੇ। ਜਪਦਿਆਂ ਜਪਦਿਆਂ ਓੰਗ ਸੋਹੰਗ ਦਾ ਜਾਪ ਕਰਦਿਆਂ ਕਰਦਿਆਂ ਇਸ ਮੰਤਰ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਟਿਕ ਜਾਂਦੇ ਹਨ। ਮਨੁਆ ਉਲਟ ਸੁਨ ਮੈਂ ਗਹੇ। ਤੇ ਕਹਿਣ ਲੱਗੇ ਜਿਹੜਾ ਸੰਸਾਰ ਹੈ ਨਾ, ਇਹਦੇ ਵੱਲੋਂ ਆਪਣਾ ਮਨ ਉਲਟ ਕਰ ਲੈਂਦੇ। ਜਿਵੇਂ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ ਨਾ, ਰੋਂਦੇ ਨੂੰ ਵੇਖ ਕੇ ਸਾਨੂੰ ਵੀ ਰੋਣ ਆਉਂਦਾ, ਹੱਸਦੇ ਨੂੰ ਵੇਖ ਕੇ ਅਸੀਂ ਵੀ ਹੱਸਣ ਲੱਗ ਪੈਂਦੇ, ਖੁਸ਼ ਨੂੰ ਵੇਖ ਕੇ ਖੁਸ਼ ਹੋ ਜਾਈਦਾ, ਦੁੱਖ ਨੂੰ ਵੇਖ ਕੇ ਦੁਖੀ ਹੋ ਜਾਈਦਾ।
ਜੋਗਾਨੰਦ ਨੂੰ ਪ੍ਰਾਪਤ ਕਰਨ ਵਾਲੇ ਜਿਹੜੇ ਜੋਗੀ ਨੇ ਉਹਨਾਂ ਦਾ ਮਨ ਉਲਟ ਹੋ ਜਾਂਦਾ ਸੰਸਾਰ ਵੱਲੋਂ। ਰੋਂਦੇ ਨੂੰ ਵੇਖ ਕੇ ਕੋਈ ਰੋਣ ਨਹੀਂ ਹੈ, ਹੱਸਦੇ ਨੂੰ ਵੇਖ ਕੇ ਕੋਈ ਹਾਸਾ ਨਹੀਂ ਹੈ। ਸੋ ਉਹਨਾਂ ਦਾ ਮਨ ਐਸਾ ਬਦਲ ਜਾਂਦਾ, ਉਲਟ ਹੋ ਜਾਂਦਾ ਹੈ। ਕਹਿਣ ਲੱਗੇ ਮਨੁਆ ਉਲਟ, ਸੰਸਾਰ ਵੱਲੋਂ ਉਹਨਾਂ ਦਾ ਮਨ ਉਲਟ ਕੇ ਤੇ ਉਸ ਵੇਲੇ ਕੀ ਕਰਦੇ ਹਨ? ਸੁਨ ਮੈਂ ਗਹੇ। ਸੁਨ ਜੋ ਦਸਮ ਦਵਾਰ ਹੈ, ਜਿਸ ਨੂੰ ਸੋ ਕਿਹਾ ਜਾਂਦਾ ਹੈ ਕਿ ਅਫੁਰ ਜੋ ਦਸਮ ਦਵਾਰ ਹੈ, ਗਹਿ ਉਸ ਦੇ ਵਿੱਚ ਤਦਾ ਕਰ ਲੈਂਦੇ। ਜੋਗੀ ਆਪਣਾ ਸਵਾਸ ਦਸਵੇਂ ਦਵਾਰ ਵਿੱਚ ਚੜ੍ਹਾ ਕੇ ਕੋਈ ਦੁਖੀ ਰਵੇ, ਕੋਈ ਸੁਖੀ ਰਵੇ, ਕੋਈ ਰੋਈ ਜਾਵੇ, ਕੋਈ ਹੱਸੀ ਜਾਵੇ, ਕਿਸੇ ਨਾਲ ਉਹਨਾਂ ਦਾ ਲੈਣਾ ਦੇਣਾ ਨਹੀਂ ਹੈ। ਐਸੀ ਦਸਵੇਂ ਦਵਾਰ ਦੀ ਪ੍ਰਾਪਤੀ ਕਰਦੇ ਹਨ। ਜਾਗਤ ਰਹਿ ਨਾ ਅਲਿਆ ਭਾਖੈ। ਉਹ ਜਿਹੜੇ ਜੋਗੀ ਨੇ ਜੋਗ ਹੱਠ ਦੀ ਕਿਰਿਆ ਵਿੱਚ ਜਾਗਦੇ ਰਹਿੰਦੇ, ਜੋਗ ਹੱਠ ਦੀ ਕਿਰਿਆ ਵਿੱਚ ਹੀ ਉਹਨਾਂ ਦਾ ਧਿਆਨ ਰਹਿੰਦਾ ਹੈ। ਇਸ ਤਰ੍ਹਾਂ ਸਮਾਧੀ ਲਾਉਣੀ ਹੈ, ਇਸ ਤਰ੍ਹਾਂ ਸਵਾਸ ਚੜਾਉਣੇ ਨੇ, ਇਸ ਤਰ੍ਹਾਂ ਸਵਾਸ ਟਿਕਾਉਣੇ ਨੇ, ਇਸ ਤਰ੍ਹਾਂ ਜਾਗਤ ਰਹਿ, ਉਹ ਫਿਰ ਜਾਗਦੇ ਹੀ ਰਹਿੰਦੇ ਹਨ। ਸੋ ਕਹਿਣ ਲੱਗੇ ਨਾ ਅਲਿਆ ਭਾਖੈ। ਪਦਾਰਥਾਂ ਦੀ ਪ੍ਰਾਪਤੀ ਵਾਸਤੇ ਅਲੀਆ ਕਹੀਏ ਝੂਠ ਬੋਲਣਾ। ਆਪਾਂ ਝੂਠ ਕਈ ਵਾਰੀ ਬੋਲ ਲੈਂਦੇ ਨਾ, ਗਏ ਆਪਾਂ ਕਿਤੇ ਹੋਰ ਹੁੰਦੇ ਆ ਕੰਮ, ਸਾਨੂੰ ਕੋਈ ਪੁੱਛ ਲਵੇ ਤੂੰ ਕਿੱਥੇ ਆ ਤਾਂ ਆਪਾਂ ਹੋਰ ਹੀ ਜਗ੍ਹਾ ਦੱਸ ਦਈਦੀ ਹੈ। ਜਦੋਂ ਦਾ ਮੋਬਾਈਲ ਫੋਨ ਆਇਆ ਉਦੋਂ ਦਾ ਝੂਠ ਵੀ ਜ਼ਿਆਦਾ ਹੀ ਵੱਧ ਗਿਆ। ਬੰਦਾ ਬੈਠਾ ਕਿਤੇ ਆ ਦੱਸਦਾ ਕਿਤੇ ਪਿਆ, ਘਰੇ ਬੈਠਾ ਆਖਦਾ ਮੈਂ ਬਾਹਰ ਹਾਂ, ਬਾਹਰ ਬੈਠਾ ਕਹਿੰਦਾ ਮੈਂ ਘਰੇ ਹਾਂ। ਅਸੀਂ ਸੰਸਾਰ ਦੇ ਪਦਾਰਥਾਂ ਵਾਸਤੇ ਝੂਠ ਬੋਲਦੇ ਹਾਂ। ਪਰ ਕਹਿਣ ਲੱਗੇ ਜਿਹੜੇ ਜੋਗਾਨੰਦ ਨੂੰ ਪ੍ਰਾਪਤ ਕਰ ਲੈਂਦੇ ਨਾ ਅਲੀਆ ਭਖ ਹੈ, ਉਹ ਝੂਠ ਵਾਲਾ ਬਚਨ ਕਰਦੇ ਹੀ ਨੇ, ਕਿਉਂਕਿ ਉਹਨਾਂ ਨੂੰ ਬਚਨ ਕਰਨ ਦੀ ਲੋੜ ਹੀ ਨਹੀਂ ਪੈਂਦੀ। ਹਰ ਵੇਲੇ ਸਮਾਧੀ ਵਿੱਚ ਹੀ ਬੈਠੇ ਰਹਿਣਾ, ਨਾ ਕਿਸੇ ਨੂੰ ਬੋਲਣਾ, ਨਾ ਕਿਸੇ ਨੂੰ ਬੁਲਾਉਣਾ। ਇਸ ਕਰਕੇ ਨਾ ਅਲੀਆ ਭਖ ਹੈ, ਉਹ ਝੂਠ ਨੂੰ ਨਹੀਂ ਬੋਲਦੇ ਹਨ। ਪੰਚੋ ਇੰਦਰੀ ਬਸ ਕਰ ਰੱਖੈ। ਜਿਹੜੀਆਂ ਪੰਜ ਇੰਦਰੀਆਂ ਹਨ ਇਹਨਾਂ ਨੂੰ ਵਸ ਕਰਕੇ ਰੱਖਦੇ ਨੇ। ਪੰਚੋ ਇੰਦਰੀ, ਪੰਜ ਗਿਆਨ ਇੰਦਰੀਆਂ ਵਸ ਵਿੱਚ ਰੱਖਦੇ। ਗਿਆਨ ਇੰਦਰੀਆਂ ਗੁਰਮੁਖੋ ਉਹ ਹੁੰਦੀਆਂ ਨੇ ਜਿਹੜੀਆਂ ਸਾਨੂੰ ਗਿਆਨ ਦਿੰਦੀਆਂ ਨੇ। ਜਿਵੇਂ ਕੋਈ ਤੱਤਾ ਭਾਂਡਾ ਹੈ ਨਾ, ਸਾਡਾ ਹੱਥ ਲੱਗੇਗਾ ਤੇ ਹੱਥ ਸਾਡਾ ਉਸੇ ਵੇਲੇ ਸਾਨੂੰ ਦੱਸੇਗਾ ਵੀ ਇਹ ਚੀਜ਼ ਤੱਤੀ ਹੈ, ਹੱਥ ਨਾ ਲਾਈ ਇਹਨੂੰ। ਚਮੜੀ ਨੇ ਦੱਸ ਦਿੱਤਾ ਉਸੇ ਵੇਲੇ। ਜੇ ਠੰਡੀ ਹੈ ਤੇ ਉਹ ਠੰਡੀ ਦੱਸ ਦਿੰਦੀ ਹੈ। ਇਸੇ ਤਰ੍ਹਾਂ ਨੱਕ ਦੇ ਨਾਲ ਅਸੀਂ ਫੁੱਲ ਨੇੜੇ ਕੀਤਾ ਤੇ ਨੱਕ ਨੇ ਉਸੇ ਵੇਲੇ ਦੱਸਿਆ ਵੀ ਇਹਦੇ ਵਿੱਚੋਂ ਖੁਸ਼ਬੂ ਆ ਰਹੀ ਹੈ। ਉਹ ਸਾਨੂੰ ਨੱਕ ਸਾਡਾ ਗਿਆਨ ਦਿੰਦਾ ਪਿਆ ਹੈ। ਅੱਖਾਂ ਸਾਨੂੰ ਗਿਆਨ ਦਿੰਦੀਆਂ ਪਈਆਂ, ਦੱਸਦੀਆਂ ਪਈਆਂ ਅੱਗੇ ਟੋਇਆ ਹੈ ਕਿ ਟਿੱਬਾ ਹੈ। ਇਸੇ ਤਰ੍ਹਾਂ ਚਮੜੀ ਸਾਡੀ ਜਿਹੜੀ ਹੈ ਉਹ ਸਾਨੂੰ ਵਿਕਾਰਾਂ ਦਾ ਸਵਾਦ ਦੱਸਦੀ ਹੈ। ਇਹਨਾਂ ਨੂੰ ਗਿਆਨ ਇੰਦਰੀਆਂ ਆਖਿਆ ਹੈ, ਜਿਹੜੀਆਂ ਸਰੀਰ ਨੂੰ ਗਿਆਨ ਦੇਣ। ਕਹਿਣ ਲੱਗੇ ਪੰਚੋ ਇੰਦਰੀ ਬਸ ਕਰ ਰੱਖੈ। ਇਹ ਪੰਜ ਗਿਆਨ ਇੰਦਰੀਆਂ ਨੂੰ ਵੀ ਜੋਗੀ ਆਪਣੇ ਵਸ ਵਿੱਚ ਰੱਖਦੇ ਨੇ, ਉਹਨਾਂ ਦੇ ਰਸ ਤੋਂ ਪਰੇ ਰਹਿੰਦੇ ਹਨ। ਗੁਰ ਕੀ ਸਾਖੀ ਰਾਖੈ ਚੀਤ। ਜਿਹੜੀ ਗੁਰਾਂ ਦੀ ਸਾਖੀ ਸਿੱਖਿਆ ਹੈ ਉਸ ਨੂੰ ਆਪਣੇ ਚਿੱਤ ਵਿੱਚ ਰੱਖਦੇ ਯਾਦ। ਜਦੋਂ ਜੋਗੀ ਲੋਕ ਯੋਗ ਸਾਧਨਾ ਕਰਦੇ ਨਾ, ਜਿਹੜੀ ਗੁਰੂ ਵੱਲੋਂ ਸਿੱਖਿਆ ਮਿਲੀ ਉਹਨੂੰ ਚੇਤਾ ਰੱਖਦੇ, ਭੁਲਾਉਂਦੇ ਨਹੀਂ। ਹਮੇਸ਼ਾ ਯਾਦ ਰੱਖਦੇ ਵੀ ਇਸ ਕੰਮ ਨੂੰ ਕਰਨਾ, ਇਸ ਕੰਮ ਨੂੰ ਨਹੀਂ ਕਰਨਾ ਹੈ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਤੇ ਗੁਰਮੁਖੋ ਕ੍ਰਿਸ਼ਨ ਨਾਮ ਇੱਥੇ ਪ੍ਰਮਾਤਮਾ ਦਾ ਹੈ। ਫਿਰ ਆਪਣਾ ਮਨ ਅਤੇ ਤਨ ਪ੍ਰੇਮ ਕਰਕੇ ਪ੍ਰਮਾਤਮਾ ਨੂੰ ਅਰਪਣ ਕਰ ਦਿੰਦੇ। ਤਨ ਮਨ ਧਨ ਸਭ ਸੌਂਪ, ਆਪਣਾ ਤਨ ਮਨ ਧਨ ਸਭ ਕੁਝ ਪ੍ਰਮਾਤਮਾ ਨੂੰ ਸੌਂਪ ਦਿੰਦੇ ਹਨ, ਅਰਪਣ ਕਰ ਦਿੰਦੇ ਹਨ। ਕਰ ਪਲਵ ਸਾਖਾ ਵਿਚਾਰੇ। ਸੋ ਕਹਿਣ ਲੱਗੇ ਕਰ ਪੱਲਵ ਸਾਖਾ ਵਿਚਾਰੇ। ਇਹ ਗੁਰਮੁਖੋ ਜਿਹੜਾ ਦਸਮ ਦਵਾਰ ਰੂਪੀ ਕਮਲ ਫੁੱਲ ਹੈ, ਜਿਹੜਾ ਦਸਵਾਂ ਦਵਾਰ ਹੈ ਨਾ, ਆਪਣੀ ਤਾਂ ਚਲੋ ਪਹੁੰਚ ਨਹੀਂ ਹੈ, ਨਹੀਂ ਆਪਾਂ ਵੇਖਿਆ ਹੈ, ਪਰ ਵਿਦਵਾਨਾਂ ਦਾ ਕਥਨ ਹੈ ਵੀ ਦਸਮ ਦਵਾਰ ਕਮਲ ਫੁੱਲ ਦੇ ਵਰਗਾ ਹੈ। ਸੋ ਐਸੀ ਉਸ ਦੀ ਬਣਤਰ ਹੈ। ਸੋ ਦਸਮ ਦਵਾਰ ਰੂਪੀ ਜਿਹੜਾ ਕਮਲ ਫੁੱਲ ਹੈ ਉਸ ਦੀਆਂ ਸਾਖਾ ਜਿਹੜੀਆਂ ਪੱਤੀਆਂ ਹਨ, ਸੋ ਕਹਿਣ ਲੱਗੇ ਪੱਲਵ ਤੋਂ ਭਾਵ ਹੈ ਉਸ ਦੀਆਂ ਜਿਹੜੀਆਂ ਬੋਟੀਆਂ ਨੇ, ਕਮਲ ਫੁੱਲ ਦੇ ਪੱਤਿਆਂ ਦੀਆਂ ਜਿਹੜੀਆਂ ਬੋਟੀਆਂ ਨੇ, ਜਿਨ੍ਹਾਂ ਨੂੰ ਪੰਖੜੀਆਂ ਕਿਹਾ ਜਾਂਦਾ ਹੈ, ਉਹਨਾਂ ਦੇ ਬਾਬਤ ਦੱਸਦੇ ਹਨ। ਆਪਣਾ ਜਨਮ ਨਾ ਜੂਐ ਹਾਰੇ। ਕਹਿਣ ਲੱਗੇ ਦਸਮ ਦਵਾਰ ਰੂਪੀ ਜਿਹੜਾ ਕਮਲ ਫੁੱਲ ਹੈ ਉਸ ਦੇ ਮਾਸ ਦੀਆਂ ਜਿਹੜੀਆਂ ਬੋਟੀਆਂ ਰੂਪ ਜਿਹੜੇ ਪੱਤੇ ਹਨ ਅਤੇ ਉਹਨਾਂ ਦੀਆਂ ਜਿਹੜੀਆਂ ਨਾੜੀਆਂ ਕਹੀਏ ਟਾਹਣੀਆਂ ਹਨ, ਉਹਨਾਂ ਦੀ ਵਿਚਾਰ ਕਰਦਾ ਹੈ। ਸੋ ਦਸਮ ਦਵਾਰ ਦੇ ਵਿੱਚ ਐਸੀ ਵਿਚਾਰ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਆਪਣਾ ਜਨਮ ਨਾ ਜੂਐ ਹਾਰੇ। ਉਹ ਫਿਰ ਜਿਹੜੇ ਗੁਰਮੁਖ ਨੇ ਆਪਣੇ ਮਨੁੱਖਾ ਜਨਮ ਨੂੰ ਇਹ ਸੰਸਾਰ ਰੂਪੀ ਜੂਏ ਵਿੱਚ ਨਹੀਂ ਹਾਰਦੇ ਹਨ।
ਜਿਵੇਂ ਆਪਾਂ ਸੰਸਾਰੀ ਲੋਕ ਆ ਨਾ, ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮਗੇਸੀਆ ਤੂੰ ਆਹੋ ਘੇਰੇ ਕਾ। ਸਾਡਾ ਇਹ ਜਨਮ ਅਸੀਂ ਹਾਰਦੇ ਹੀ ਪਏ ਆ ਨਾ, ਮਨੁੱਖਾ ਜਨਮ, ਵੀ ਸਾਰਾ ਦਿਨ ਆਪਾਂ ਗਲੀਆਂ ਦੇ ਗੇੜੇ ਕੱਢਦੇ ਰਹਿਣਾ, ਰਾਤ ਨੂੰ ਆਪਾਂ ਸੌਂ ਕੇ ਨਗਾ ਦੇਣੀ, ਰਾਤ ਵੀ ਲੰਘ ਗਈ ਦਿਨ ਵੀ ਲੰਘ ਗਿਆ, ਦੋਨੇ ਹੀ ਬਤੀਤ ਹੋ ਗਏ, ਨਾ ਰਾਤ ਨੂੰ ਨਾਮ ਜਪਿਆ ਨਾ ਦਿਨੇ ਜਪਿਆ, ਦੋਨੇ ਹੀ ਅਸੀਂ ਖਰਾਬ ਕਰ ਲਿਆ। ਇਹ ਮਨੁੱਖਾ ਜਨਮ ਨੂੰ ਅਸੀਂ ਗਵਾ ਲਿਆ ਹੈ, ਉਹ ਬਚਨ ਆ ਗਿਆ। ਪਰ ਕਹਿਣ ਲੱਗੇ ਯੋਗਾਨੰਦ ਪ੍ਰਾਪਤ ਕਰਨ ਵਾਲੇ ਜਿਹੜੇ ਗੁਰਮੁਖ ਨੇ, ਸੋ ਆਪਣਾ ਜਨਮ ਨਾ ਜੂਐ ਹਾਰੇ, ਉਹ ਸੰਸਾਰ ਰੂਪੀ ਜੂਏ ਵਿੱਚ ਆਪਣਾ ਮਨੁੱਖਾ ਜਨਮ ਹਾਰਦੇ ਨਹੀਂ ਹਨ। ਅਸਰ ਨਦੀ ਕਾ ਬੰਧੈ ਮੂਲ, ਅਸੁਰ ਨਦੀ ਕਾ ਬੰਧੈ ਪੂਲ ਮੂਲ। ਅਸੁਰ ਨਦੀ ਕਿਹੜੀ ਹੈ? ਜਿਸ ਨੂੰ ਅਪਾਨ ਵਾਯੂ ਕਿਹਾ ਜਾਂਦਾ ਹੈ। ਅਪਾਨ ਵਾਯੂ ਦੀ ਧਾਰਾ ਦਾ ਜੋ ਸਥਾਨ ਹੈ ਉਸ ਨੂੰ ਕਿਹਾ ਜਾਂਦਾ ਹੈ ਮੂਲਾ ਚੱਕਰ। ਤੇ ਕਹਿਣ ਲੱਗੇ ਮੂਲਾ ਚੱਕਰ ਜਿਹੜਾ ਇਸ ਨੂੰ ਗੁਦਾ ਵਿੱਚ ਮੰਨਿਆ ਹੈ, ਉਸ ਨੂੰ ਖੱਬੇ ਪੈਰ ਦੀ ਅੱਡੀ ਦੇ ਨਾਲ ਜੋਗੀ ਜਿਹੜੇ ਨੇ ਰੋਕ ਕੇ ਰੱਖਦੇ ਨੇ। ਖੱਬੇ ਪੈਰ ਦੀ ਅੱਡੀ ਦੇ ਨਾਲ ਜਦੋਂ ਸਮਾਧੀ ਲਾਉਂਦੇ ਨੇ, ਤੇ ਇਸ ਤਰ੍ਹਾਂ ਉਹ ਜਿਹੜੀ ਅਪਾਨ ਵਾਯੂ ਹੈ ਜਿਸ ਨੂੰ ਗੁਦਾ ਵਿੱਚ ਮੰਨਿਆ ਹੈ, ਉਸ ਅੱਡੀ ਨੂੰ ਆਪਣੀ ਗੁਦਾ ਦੇ ਨਾਲ ਲਾ ਕੇ ਤੇ ਰੋਕ ਕੇ ਰੱਖਦੇ ਹਨ। ਪਛਮ ਫੇਰ ਚੜਾਵੈ ਸੂਰ, ਤੇ ਪੱਛਮ ਤੋਂ ਭਾਵ ਹੈ ਜਿਹੜੀ ਪਿੱਠ ਹੈ, ਪਿੱਠ ਦੇ ਪਿੱਛੇ ਗੁਰਮੁਖੋ ਇੱਕ ਨਾੜੀ ਹੈ, ਸੋ ਜਿਸ ਨੂੰ ਪਰਿਤਤ ਨਾੜੀ ਕਿਹਾ ਹੈ। ਜਿਹੜੇ ਯੋਗੀ ਨੇ, ਸਾਡੀ ਪਿੱਠ ਦੇ ਵਿੱਚ ਇੱਕ ਨਾੜੀ ਹੈ ਜਿਸ ਨੂੰ ਪਰਿਤਤ ਕਹਿੰਦੇ ਨੇ। ਕਹਿਣ ਲੱਗੇ ਇਸ ਨਾੜੀ ਦੇ ਦੁਆਰਾ ਉਹ ਜਿਹੜੇ ਗੁਰਮੁਖ ਹਨ, ਫਿਰ ਦਸਮ ਦਵਾਰ ਦੇ ਵਿੱਚ ਆਪਣੇ ਜਿਹੜੇ ਹਨ ਸਵਾਸ ਉਹਨਾਂ ਨੂੰ ਚੜ੍ਹਾ ਲੈਂਦੇ ਹਨ। ਸੋ ਪੱਛਮ ਫੇਰ ਚੜ੍ਹਾਵੈ ਸੂਰ, ਪੱਛਮ ਤੋਂ ਭਾਵ ਹੈ ਪਿੱਛੇ ਸਾਡੀ ਪਿੱਠ ਦੇ ਜਿਹੜੀ ਪਰਿਤਤ ਨਾਮ ਦੀ ਇੱਕ ਨਾੜੀ ਹੈ, ਉਹਦੇ ਦੁਆਰਾ ਪ੍ਰਾਣਾ ਨੂੰ ਕਹਿਣ ਲੱਗੇ ਸੂਰਜ ਦੀ ਸੁਰ ਦੁਆਰਾ ਦਸਵੇਂ ਦਵਾਰ ਦੇ ਵਿੱਚ ਚੜਾਉਂਦੇ ਹਨ। ਅਜਰ ਜਰੇ ਸੋ ਨਿਜਰ ਝਰੇ, ਅਜਰ ਜਰੇ ਜਿਹੜਾ ਪ੍ਰਾਣਾ ਨੂੰ ਚੰਗੀ ਤਰ੍ਹਾਂ ਦਸਵੇਂ ਦਵਾਰ ਦੇ ਵਿੱਚ ਜਰੇ ਕਹੀਏ ਜੜਦਾ ਹੈ, ਭਾਵ ਕੇ ਚੜਾਉਂਦਾ ਹੈ। ਅਜਰ ਜਰੈ ਜਿਹੜਾ ਵਿਅਕਤੀ ਦਸਵੇਂ ਦਵਾਰ ਦੇ ਵਿੱਚ ਆਪਣੇ ਪ੍ਰਾਣਾਂ ਨੂੰ ਚੜਾ ਲੈਂਦਾ ਹੈ। ਸੋ ਨਿਝਰ ਝਰੇ, ਸੋ ਕਹਿਣ ਲੱਗੇ ਸੋ ਨਿਝਰ ਝਰੈ, ਉਸ ਨੂੰ ਇੱਕ ਰਸ ਯੋਗਾਨੰਦ ਪ੍ਰਾਪਤ ਹੁੰਦਾ ਹੈ। ਸੋ ਨਿਝਰ ਝਰੈ, ਨਿਝਰ ਤੋਂ ਭਾਵ ਹੈ ਇੱਕ ਰਸ, ਉਸ ਨੂੰ ਯੋਗਾਨੰਦ ਰਸ ਜਿਹੜਾ ਯੋਗੀਆਂ ਨੂੰ ਆਉਣ ਲੱਗ ਪੈਂਦਾ ਹੈ, ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਨਾਮ ਜਪਣ ਵਾਲੇ ਨਾ ਆਪਾਂ ਆਖਦੇ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਹੈ, ਪਿਆਸ ਨਹੀਂ ਲੱਗਦੀ ਹੈ। ਅਸਲ ਦੇ ਵਿੱਚ ਉਹਨਾਂ ਦੇ ਉੱਪਰੋਂ ਦਸਮ ਦਵਾਰ ਦੇ ਵਿੱਚੋਂ ਅੰਮ੍ਰਿਤ ਜਿਹੜਾ ਹੈ ਉਹਨਾਂ ਦੇ ਗਲੇ ਵਿੱਚ ਪ੍ਰਾਪਤ ਹੋਣ ਲੱਗ ਪੈਂਦਾ, ਉਹ ਭੁੱਖ ਪਿਆਸ ਉਹਨਾਂ ਨੂੰ ਭੁੱਲ ਹੀ ਜਾਂਦੀ ਹੈ। ਇਸ ਤਰ੍ਹਾਂ ਨਿਝਰ ਝਰੈ, ਇਹ ਯੋਗਾਨੰਦ ਰੂਪੀ ਅੰਮ੍ਰਿਤ ਝਰਦਾ ਹੈ। ਜਗਨਨਾਥ ਸਿਓ ਗੋਸ਼ਟ ਕਰੈ, ਤੇ ਜਗਨਨਾਥ ਹੈ ਸੰਸਾਰ ਦਾ ਮਾਲਕ ਪ੍ਰਮਾਤਮਾ, ਉਹਦੇ ਨਾਲ ਫਿਰ ਗੁਰਮੁਖ ਜਿਹੜੇ ਨੇ ਚਰਚਾ ਕਰਦੇ, ਬਚਨ ਬਿਲਾਸ ਕਰਦੇ। ਜਿਵੇਂ ਅਸੀਂ ਦੁਨੀਆ ਦੇ ਲੋਕ ਆਪ 'ਚ ਗੱਲਾਂ ਕਰਦੇ, ਰੱਬ ਦੇ ਭਗਤ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਫਿਰ ਬਚਨ ਬਿਲਾਸ ਕਰਦੇ ਹਨ। ਚੌਮੁਖ ਦੀਵਾ ਜੋਤ ਦੁਆਰ, ਜੋਤੀ ਜਿਹੜਾ ਸਰੂਪ ਪ੍ਰਮਾਤਮਾ ਹੈ ਉਸ ਦੀ ਪ੍ਰਾਪਤੀ ਦਾ ਜਿਹੜਾ ਦਸਮ ਦਵਾਰ ਹੈ, ਇਹ ਚੌਮੁਖੀਆ ਦੀਵਾ ਹੈ। ਜਿਵੇਂ ਦੀਵੇ ਦੀਆਂ ਚਾਰ ਬੱਤੀਆਂ ਹੁੰਦੀਆਂ ਨਾ, ਸੋ ਕਹਿਣ ਲੱਗੇ ਇਸ ਤਰ੍ਹਾਂ ਜੋਤੀ ਸਰੂਪ ਪ੍ਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਦਸਵਾਂ ਦਵਾਰ ਹੈ, ਇਹ ਤੇ ਜਾਣ ਲੈਣਾ ਕਰੋ ਵੀ ਚੌਮੁਖੀਆ ਦੀਵਾ ਹੈ, ਐਸਾ ਦਸਵਾਂ ਦਵਾਰ ਹੈ। ਪੜੋ ਅਨੰਤ ਮੂਲ ਵਿਚਕਾਰ, ਤੇ ਇਸੇ ਤਰ੍ਹਾਂ ਕਹਿਣ ਲੱਗੇ ਮਾਸ ਦੀਆਂ ਬੂਟੀਆਂ ਰੂਪੂ ਪੱਲੂ ਕਹੀਏ ਪੱਤਰੇ ਨੇ, ਤੇ ਅਨੰਤ ਦਵਾਰ ਬੇਅੰਤ ਹਨ। ਸੋ ਮਾਸ ਦੀਆਂ ਬੂਟੀਆਂ ਇਹ ਕਹਿ ਲਈਏ ਕਮਲ ਫੁੱਲ ਦੇ ਪੱਤਿਆਂ ਦੇ ਵਾਂਗ ਬੇਅੰਤ ਹੀ ਨੇ ਦਸਵੇਂ ਦਵਾਰ ਦੇ ਵਿੱਚ। ਤੇ ਕਹਿਣ ਲੱਗੇ ਫਿਰ ਉਸ ਦੇ ਵਿੱਚ ਬਚਨ ਬਖਸ਼ਿਸ਼ ਕਰਦੇ। ਕਹਿਣ ਲੱਗੇ ਅਨੰਤ ਮੂਲ ਵਿਚਕਾਰ, ਉਹਦੇ ਵਿਚਕਾਰ ਜਿਹੜੀ ਹੈ ਉਹ ਮੂਲ ਰੂਪੀ ਡੋਡੀ ਹੈ। ਕਹਿਣ ਤੋਂ ਭਾਵ ਵੀ ਪ੍ਰਮਾਤਮਾ ਉਸ ਦੇ ਵਿੱਚ ਹੈ। ਸਰਬ ਕਲਾ ਲੈ ਆਪੇ ਰਹੇ, ਸਾਰੀਆਂ ਸ਼ਕਤੀਆਂ ਲੈ ਕੇ ਪ੍ਰਮਾਤਮਾ ਜਿਹੜਾ ਹੈ ਉਹ ਮੂਲ ਰੂਪੀ ਡੋਡੀ ਵਿੱਚ ਸਥਿਤ ਹੋ ਰਿਹਾ ਹੈ। ਗੁਰਮੁਖੋ ਜਿਵੇਂ ਕਮਲ ਦਾ ਫੁੱਲ ਹੈ ਨਾ, ਉਹਦੇ ਵਿੱਚ ਇੱਕ ਡੋਡੀ ਹੁੰਦੀ ਹੈ, ਉਹਦੇ ਨਾਲ ਮਕਰੰਦ ਰਸ ਲੱਗਾ ਹੁੰਦਾ, ਜਿਹਨੂੰ ਭੌਰਾ ਆ ਕੇ ਸੁਗੰਧੀ ਨੂੰ ਲੈਂਦਾ ਹੈ। ਐਸੇ ਤਰ੍ਹਾਂ ਦਸਵੇਂ ਦਵਾਰ ਦੇ ਵਿੱਚ ਜਿਹੜੀ ਡੋਡੀ ਹੈ ਉਹਦੇ ਵਿੱਚ ਪ੍ਰਮਾਤਮਾ ਬੇਅੰਤ ਸ਼ਕਤੀਆਂ ਦਾ ਮਾਲਕ ਆ ਕੇ ਵਾਸਾ ਕਰਦਾ ਹੈ। ਮਨ ਮਾਨਕ ਰਤਨਾ ਮੈਂ ਗੁਹੇ, ਸੋ ਕਹਿਣ ਲੱਗੇ ਇਹ ਮਨ ਰੂਪੀ ਮਾਨਕ ਦੀ ਤਰ੍ਹਾਂ ਸ਼ੁੱਧ ਕਰਕੇ, ਰਤਨਾ ਕਹੀਏ ਸਵਾਸਾਂ ਵਿੱਚ ਗੁੰਦੇ। ਸੋ ਜਿਵੇਂ ਰਤਨ ਨੂੰ ਸ਼ੁੱਧ ਮੰਨਿਆ ਹੈ, ਆਪਣੇ ਸਵਾਸਾਂ ਨੂੰ ਸ਼ੁੱਧ ਕਰਕੇ ਹਰ ਵੇਲੇ ਵਾਹਿਗੁਰੂ ਰਾਮ ਰਾਮ ਰੱਬ ਦੇ ਨਾਮ ਨੂੰ ਜਪਣਾ, ਇਹ ਗੁੰਦਨਾ ਹੈ।
ਇਸ ਤਰ੍ਹਾਂ ਆਪਣੇ ਸਵਾਸਾਂ ਨੂੰ ਦਸਵੇਂ ਦਵਾਰ ਦੇ ਵਿੱਚ ਚੜ੍ਹਾ ਕੇ ਜੋਗੀ ਜਿਹੜੇ ਨੇ ਆਪਣੇ ਮਨ ਨੂੰ ਟਿਕਾਉਂਦੇ ਹਨ। ਮਸਤਕ ਪਦਮ ਦੁਆਲੇ ਮਣੀ। ਸੋ ਕਹਿਣ ਲੱਗੇ ਮਸਤਕ ਜਿਹੜਾ ਸ਼੍ਰੋਮਣੀ ਦਸਮ ਦਵਾਰ ਹੈ ਉਹਦੇ ਵਿੱਚ ਪਦਮ ਕਹੀਏ ਕਮਲ ਫੁੱਲ ਦੇ ਆਲੇ ਦੁਆਲੇ ਮਾਸ ਦੀਆਂ ਜਿਹੜੀਆਂ ਬੂਟੀਆਂ ਇਹ ਮਣੀਆਂ ਰੂਪ ਹਨ। ਜਿਹੜਾ ਦਸਮ ਦਵਾਰ ਹੈ ਕਮਲ ਦੇ ਫੁੱਲ ਵਰਗਾ ਉਹਦੇ ਵਿੱਚ ਪੰਖੜੀਆਂ ਕਹੀਏ ਮਾਸ ਦੀਆਂ ਬੂਟੀਆਂ ਜਿਹੜੀਆਂ ਹਨ। ਕਹਿਣ ਲੱਗੇ ਮਾਸ ਦੀਆਂ ਨਾੜੀਆਂ ਇਹ ਜਿਹੜੀਆਂ ਬੂਟੀਆਂ ਨੇ ਇਹ ਤੇ ਕਹਿ ਰਹੀਏ ਮਣੀਆਂ ਹਨ। ਮਾਹੇ ਨਿਰੰਜਨ ਤ੍ਰਿਭਵਨ ਧਣੀ। ਤੇ ਇਸ ਦਸਮ ਦਵਾਰ ਦੇ ਵਿੱਚ ਤਿੰਨਾਂ ਭਵਨਾਂ ਦਾ ਮਾਲਕ ਜੋ ਪਰਮਾਤਮਾ ਉਹ ਨਿਵਾਸ ਕਰਦਾ ਹੈ। ਪੰਜ ਸ਼ਬਦ ਨਿਰਮਾਇਲ ਬਾਜੇ। ਦਸਮ ਦਵਾਰ ਦੇ ਵਿੱਚ 5 ਸ਼ਬਦ ਵੱਜਦੇ ਨੇ ਗੁਰਮੁਖੋ। 5 ਸ਼ਬਦ ਵੱਖਰੇ ਵੱਖਰੇ ਵਿਦਵਾਨਾਂ ਨੇ ਮੰਨੇ ਨੇ। ਸੋ ਜਿਵੇਂ ਬਚਨ ਆ ਗਿਆ ਤਤ ਤੰਤੀ ਵਿਤ ਚਮਕਰਾ ਘਨ ਕਾਸੀ ਕੋ ਜਾਨ ਨਾਦ ਸ਼ਬਦ ਘਟ ਕਾ ਕਹਿਓ ਸਿਖਰ ਸ਼ਬਦ ਪਹਿਚਾਨ। ਇਹ 5 ਵਾਜੇ ਜਿਹਨੂੰ ਆਪਾਂ ਕਹਿੰਦੇ ਨਾ ਵਾਜੇ ਅਨਹਦ ਤੂਰੇ, ਇਹ ਜਿਹੜੇ 5 ਵਾਜੇ ਨੇ ਉਹਨਾਂ ਨੂੰ ਦਸਮ ਦਵਾਰ ਦੇ ਵਿੱਚ ਸੁਣਾਈ ਦਿੰਦੇ ਨੇ। 5 ਵਾਜੇ ਕਿਹੜੇ ਨੇ? ਵਿਦਵਾਨਾਂ ਨੇ ਬਚਨ ਲਿਖਿਆ ਹੈ ਜਿਹੜੇ ਤਤ ਸ਼ਬਦ ਨੇ ਜਿਵੇਂ ਤਾਰ ਅਤੇ ਤੰਦ ਤੋਂ ਬਣਾਏ। ਜਿਵੇਂ ਤਾਰ ਵਾਲੇ ਸਾਜ਼ ਨੇ ਨਾ ਜਿਨ੍ਹਾਂ ਨੂੰ ਤਾਰ ਪਈ ਹੁੰਦੀ, ਜਿਵੇਂ ਸਰੰਗੀ ਹੈ, ਜਿਵੇਂ ਸਤਾਰ ਹੈ, ਜਿਵੇਂ ਰਬਾਬ ਹੈ, ਉਹਨਾਂ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਇੱਕ ਵਾਜਾ ਇਹ ਮੰਨਿਆ ਹੈ ਵੀ ਤਾਰ ਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਜਿਹਨੂੰ ਤੂੰ ਤੂੰ ਕਿਹਾ ਹੈ ਇਹ ਵੀ ਇੱਕ ਵਾਜਾ ਹੈ। ਦੂਜਾ ਵਾਜਾ ਜਿਹੜਾ ਹੈ ਵਿਤ ਸ਼ਬਦ ਜਿਹੜਾ ਚਮੜੇ ਦੇ ਵਿੱਚੋਂ ਨਿਕਲੇ। ਜਿਵੇਂ ਤਬਲਾ ਹੈ, ਜਿਵੇਂ ਮਰਦੰਗ ਹੈ, ਚਮੜੇ ਦੇ ਬਣੇ ਹੋਏ ਨਾ, ਇਹਦੇ ਵਿੱਚੋਂ ਡਮ ਡਮ ਦੀ ਆਵਾਜ਼ ਨਿਕਲਦੀ ਹੈ। ਇਹ ਵੀ ਵਾਜਾ ਸੁਣਾਈ ਦਿੰਦਾ ਹੈ। ਤਾਰ ਦੇ ਵਿੱਚੋਂ ਤੂੰ ਤੂੰ ਅਤੇ ਤਬਲੇ ਦੇ ਵਿੱਚੋਂ ਡਮ ਡਮ ਦੀ ਆਵਾਜ਼ ਜਿਹੜੀ ਨਿਕਲਦੀ, ਇਹ ਵਾਜਿਆਂ ਦੀ ਗਿਣਤੀ ਕੀਤੀ ਹੈ ਵੀ 5 ਵਾਜੇ ਕਿਹੜੇ ਹੁੰਦੇ ਨੇ। ਸੋ ਇਸੇ ਤਰ੍ਹਾਂ ਅੱਗੇ ਜਿਹੜਾ ਹੈ ਘਨ ਸ਼ਬਦ, ਘਨ ਕਿਹਾ ਜਾਂਦਾ ਧਾਤੂ ਤੋਂ ਬਣਿਆ ਹੋਇਆ ਸਾਜ਼। ਜਿਵੇਂ ਹੈ ਘੜਿਆਲ, ਆਪਾਂ ਘੜਿਆਲ ਵਜਾਉਂਦੇ ਹਨ ਟਨ ਦੀ ਆਵਾਜ਼ ਦਿੰਦਾ, ਛੈਣਾ ਵਜਾਉਂਦੇ ਆ ਸ਼ਨ ਦੀ ਆਵਾਜ਼ ਦਿੰਦਾ ਹੈ। ਇਹ ਤੀਜੇ ਨੰਬਰ ਦਾ ਵਾਜਾ ਹੈ, ਤੀਜੇ ਨੰਬਰ ਦੀ ਆਵਾਜ਼ ਹੈ ਜਿਹੜੀ ਦਸਮ ਦਵਾਰ ਦੇ ਵਿੱਚ ਸੁਣਾਈ ਦਿੰਦੀ ਹੈ। ਘੜਿਆਲ ਤੋਂ ਨਿਕਲੀ ਆਵਾਜ਼ ਜਾਂ ਛੈਣੇ ਤੋਂ ਨਿਕਲੀ ਜਿਹੜੀ ਆਵਾਜ਼ ਹੈ। ਸੋ ਇਸੇ ਤਰ੍ਹਾਂ ਗੁਰਮੁਖੋ ਚੌਥੇ ਨੰਬਰ 'ਤੇ ਹੈ ਜਿਸ ਨੂੰ ਕਿਹਾ ਜਾਂਦਾ ਨਾਦ ਸ਼ਬਦ। ਨਾਦ ਸ਼ਬਦ ਕੀ ਹੈ? ਜਿਵੇਂ ਘੜੇ ਦੇ ਉੱਪਰ ਹੱਥ ਮਾਰੀਏ ਉਹਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਪਹਿਲੇ ਸਮੇਂ ਵਿੱਚ ਜਿਹੜੇ ਕਲਾਕਾਰ ਗਾਇਆ ਕਰਦੇ ਉਹਨਾਂ ਦੇ ਨਾਲ ਘੜਾ ਵਜਾਉਣ ਵਾਲੇ ਖਾਲੀ ਘੜਾ ਰੱਖ ਕੇ ਹੱਥਾਂ ਵਿੱਚ ਉਂਗਲਾਂ ਵਿੱਚ ਮੁੰਦਰੀਆਂ ਪਾ ਕੇ ਤੇ ਉਹ ਘੜੇ ਦੇ ਉੱਪਰ ਨੂੰ ਮਾਰਨੀਆਂ, ਉਹਦੇ ਵਿੱਚੋਂ ਆਵਾਜ਼ ਨਿਕਲਣੀ। ਇਹ ਚੌਥਾ ਸ਼ਬਦ ਹੈ ਘੜੇ ਨੂੰ ਵਜਾਉਣਾ। ਸੋ ਇਸ ਤਰ੍ਹਾਂ ਦੇ ਜਿਹੜੇ ਵਾਜੇ ਹਨ ਉਹਨਾਂ ਦੀ ਆਵਾਜ਼ ਆਉਂਦੀ ਹੈ। ਇਹ ਚੌਥੇ ਨੰਬਰ ਦਾ ਵਾਜਾ ਹੈ। ਤੇ 5ਵੇਂ ਨੰਬਰ ਦਾ ਵਾਜਾ ਮੰਨਿਆ ਗੁਰਮੁਖੋ ਸਿਖਰ ਸ਼ਬਦ ਜਿਹੜੇ ਫੂਕ ਨਾਲ ਵਜਾਏ ਜਾਂਦੇ ਵਾਜੇ। ਜਿਵੇਂ ਫੂਕ ਮਾਰੀਏ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਨਾ, ਜਿਵੇਂ ਸ਼ੰਖ ਹੈ, ਸ਼ੰਖ ਵੀ ਤੇ ਫੂਕ ਨਾਲ ਹੀ ਵੱਜਦਾ ਹੈ ਨਾ। ਇਸੇ ਤਰ੍ਹਾਂ ਜਿਵੇਂ ਨਫੀਰੀ ਹੈ, ਜਿਵੇਂ ਮੁਰਲੀ ਹੈ, ਜਿਵੇਂ ਬਾਂਸੁਰੀ ਹੈ, ਇਹ ਸਾਰੇ ਜਿਹੜੇ ਵਾਜੇ ਨੇ ਇਹ ਫੂਕ ਦੇ ਨਾਲ ਵੱਜਦੇ। ਇਸ ਤਰ੍ਹਾਂ ਇਹ 5 ਤਰ੍ਹਾਂ ਦੇ ਵਾਜੇ ਵੱਖਰੇ ਵੱਖਰੇ ਵਿਦਵਾਨਾਂ ਨੇ ਮੰਨੇ ਨੇ। ਸੋ ਤਾਰ ਤੋਂ ਨਿਕਲਣ ਵਾਲਾ ਸ਼ਬਦ, ਦੂਜਾ ਸ਼ਬਦ ਵਿਦਵਾਨਾਂ ਨੇ ਮੰਨਿਆ ਵੀ ਚਮ ਦੇ ਚਮੜੇ ਤੋਂ ਜਿਹੜਾ ਹੈ ਢੋਲਕੀ ਜਾਂ ਤਬਲੇ ਤੋਂ ਨਿਕਲਿਆ ਸ਼ਬਦ। ਤੀਜੇ ਨੰਬਰ 'ਤੇ ਗੁਰਮੁਖੋ ਇਸੇ ਤਰ੍ਹਾਂ ਮੰਨਿਆ ਹੈ ਜਿਹੜਾ ਘੜਿਆਲ ਤੇ ਛੈਣੇ ਤੋਂ ਨਿਕਲਦਾ ਸ਼ਬਦ ਹੈ। ਚੌਥੇ ਨੰਬਰ 'ਤੇ ਮੰਨਿਆ ਜਿਹੜਾ ਘੜੇ ਵਿੱਚੋਂ ਨਿਕਲਦਾ ਸ਼ਬਦ ਹੈ। ਤੇ 5ਵੇਂ ਨੰਬਰ 'ਤੇ ਮੰਨਿਆ ਜਿਹੜਾ ਫੂਕ ਦੇ ਨਾਲ ਬਾਂਸਰੀ ਵਗੈਰਾ ਤੋਂ ਨਿਕਲਿਆ ਹੋਇਆ ਸ਼ਬਦ ਹੈ। ਇਹ 5 ਤਰ੍ਹਾਂ ਦੇ ਸ਼ਬਦ ਨੇ ਜਿਹੜੇ ਦਸਵੇਂ ਦਵਾਰ ਦੇ ਵਿੱਚ ਸੁਣਾਈ ਦਿੰਦੇ। ਬਚਨ ਪੜ੍ਹਦੇ ਆ ਵਾਜੇ ਅਨਹਦ ਤੂਰੇ। ਸੋ ਇਹਨਾਂ ਨੂੰ ਅਨਾਹਦ ਵਾਜੇ ਮੰਨਿਆ ਹੈ। ਇਹਨਾਂ ਦੀ ਪੰਜਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਬਚਨ ਬਖਸ਼ਿਸ਼ ਕਰਦੇ ਹਨ। ਪੰਜ ਸ਼ਬਦ ਨਿਰਮਾਇਲ ਬਾਜੇ। ਇਹ ਨਿਰਮਾਇਲ ਸ਼ੁੱਧ ਜਿਹੜੇ ਸ਼ਬਦ ਨੇ ਦਸਮ ਦਵਾਰ ਦੇ ਵਿੱਚ ਜੋਗੀਆਂ ਨੂੰ ਵੱਜਦੇ ਹੋਏ ਸੁਣਾਈ ਦਿੰਦੇ ਹਨ। ਢੁਲਕੇ ਚਵਰ ਸੰਖ ਘਨ ਗਾਜੇ। ਕਹਿਣ ਲੱਗੇ ਦਸਮ ਦਵਾਰ ਦੇ ਵਿੱਚ ਚਵਰ ਕਹੀਏ ਚੌਰ ਤੇ ਢੁਲਕੇ ਕਹੀਏ ਝੁੱਲਦਾ ਹੈ। ਦਸਮ ਦਵਾਰ ਦੇ ਵਿੱਚ ਚੌਰ ਝੁੱਲਦਾ ਵੀ ਦਿਖਾਈ ਦਿੰਦਾ। ਜਿਵੇਂ ਸਿਆਲ ਦੇ ਵਿੱਚ ਆਪਣੇ ਮੂੰਹ ਦੇ ਵਿੱਚੋਂ ਚਿੱਟੇ ਰੰਗ ਦੀ ਇੱਕ ਹਵਾ ਜੀ ਨਿਕਲਦੀ ਨਾ, ਆਪਾਂ ਗੱਲ ਕਰੀਏ ਤੇ ਠੰਡ ਹੋਵੇ ਤੇ ਮੂੰਹ ਦੇ ਵਿੱਚੋਂ ਇੱਕ ਹਵਾ ਨਿਕਲਦੀ ਚਿੱਟੀ ਜੀ ਦੂਰੋਂ ਦਿਖਾਈ ਦਿੰਦੀ ਹੈ। ਇਸ ਤਰੀਕੇ ਦੇ ਨਾਲ ਦਸਮ ਦਵਾਰ ਦੇ ਵਿੱਚ ਉਹ ਚਿੱਟਾ ਜਿਹਾ ਜਿਹੜਾ ਚੌਰ ਹੈ ਉਹ ਝੁੱਲਦਾ ਹੋਇਆ ਦਿਖਾਈ ਦਿੰਦਾ ਹੈ ਜੋਗੀਆਂ ਨੂੰ ਜਿਨ੍ਹਾਂ ਨੇ ਦਸਵਾਂ ਦਵਾਰ ਪ੍ਰਾਪਤ ਕੀਤਾ ਹੈ। ਸ਼ੰਖ ਘਨ ਗਾਜੈ, ਸ਼ੰਖਾਂ ਦੇ ਵੱਜਣ ਦੀ ਤੇ ਬੱਦਲਾਂ ਦੇ ਗੱਜਣ ਦੀ ਜਿਹੜੀ ਧੁਨੀ ਹੈ
ਉਹ ਬਹੁਤੀ ਉਹਨਾਂ ਨੂੰ ਦਸਮ ਦਵਾਰ ਦੇ ਵਿੱਚ ਸੁਣਾਈ ਦਿੰਦੀ ਹੈ। ਦਲਮਲ ਦੈਤੋ ਗੁਰਮੁਖ ਗਿਆਨ। ਇਸ ਰੀਤੀ ਦੇ ਨਾਲ ਉਹ ਗੁਰਮੁਖ ਜਿਹੜੇ ਨੇ ਪ੍ਰਾਣਾ ਰੂਪੀ ਦੈਂਤਾਂ ਨੂੰ ਦਲ ਕੇ ਤੇ ਸਮਾਧੀ ਵਿੱਚ ਲੀਨ ਹੋ ਕੇ ਤੇ ਉਹਨਾਂ ਨੇ ਮਲ ਦਿੱਤਾ। ਜਿਹੜੇ ਗੁਰਮੁਖ ਨੇ ਦਸਮ ਦਵਾਰ ਦੀ ਪ੍ਰਾਪਤੀ ਵਾਲੇ, ਉਹਨਾਂ ਨੇ ਐਸੇ ਵਿਕਾਰਾਂ ਨੂੰ ਮਲ ਕੇ ਦਸਮ ਦਵਾਰ ਦੀ ਪ੍ਰਾਪਤੀ ਕਰ ਲਈ ਹੈ। ਗੁਰਮੁਖ ਗਿਆਨ ਮੁਖੀ ਗੁਰਾਂ ਦੁਆਰਾ ਉਹਨਾਂ ਨੇ ਬ੍ਰਹਮ ਗਿਆਨ ਦੀ ਦਾਤ ਜਿਹੜੀ ਗੁਰਮੁਖ ਪ੍ਰਾਪਤ ਕਰਦੇ ਹਨ। ਬੇਣੀ ਜਾਚੈ ਤੇਰਾ ਨਾਮ। ਭਗਤ ਬੇਣੀ ਜੀ ਕਹਿੰਦੇ ਅਕਾਲ ਪੁਰਖ ਮੈਂ ਤੇਰੇ ਕੋਲੋਂ ਸਿਰਫ ਨਾਮ ਹੀ ਮੰਗਦਾ ਹਾਂ। ਇਹ ਤੇ ਮੈਂ ਜੋਗਾਨੰਦ ਵਾਲਿਆਂ ਦੀ ਗੱਲ ਕੀਤੀ ਹੈ, ਪਰ ਮੈਨੂੰ ਤੇ ਕੇਵਲ ਤੇਰਾ ਇੱਕ ਨਾਮ ਹੀ ਚਾਹੀਦਾ ਹੈ। ਨਾਮ ਤੋਂ ਬਿਨਾ ਕੁਝ ਨਹੀਂ ਚਾਹੀਦਾ ਹੈ। ਸਤਿਗੁਰੂ ਕਿਰਪਾ ਕਰੋ। ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਇਹ ਸਾਰੇ ਪਸਾਰੇ ਨਾਮ ਬਿਨਾ ਝੂਠੇ ਨੇ। ਮੈਂ ਤੇ ਸਿਰਫ ਆਪ ਜੀ ਦੇ ਕੋਲੋਂ ਨਾਮ ਮੰਗਦਾ ਹਾਂ, ਇਹ ਮੇਰੇ ਤੇ ਕਿਰਪਾ ਕਰੋ। ਸੋ ਇਸ ਤਰ੍ਹਾਂ ਇਹ ਭਗਤ ਜੀਆਂ ਨੇ ਸਾਨੂੰ ਹਠ ਯੋਗ ਦੀ ਕਿਰਿਆ ਦੱਸੀ ਹੈ। ਗੁਰਮੁਖੋ ਇਹਦੇ ਵਿੱਚ ਹੁਣ ਭਗਤੀ ਯੋਗ ਦੀ ਕਿਰਿਆ ਹੈ ਵੀ ਗੁਰੂ ਨਾਨਕ ਦੇ ਸਿਧਾਂਤ ਦੇ ਮੁਤਾਬਕ ਰੱਬ ਕਿਵੇਂ ਮਿਲਦਾ ਹੈ, ਉਹਨੂੰ ਭਗਤੀ ਯੋਗ ਲਿਖਿਆ ਹੈ। ਅੱਜ ਆਪਣਾ ਸਮਾਂ ਸਮਾਪਤ ਹੋ ਗਿਆ ਹੈ। ਕੱਲ੍ਹ ਨੂੰ ਇਹੋ ਹੀ ਸ਼ਬਦ ਦੁਬਾਰਾ ਆਪਾਂ ਭਗਤ ਬੇਣੀ ਜੀ ਦਾ ਫਿਰ ਸ਼ੁਰੂ ਕਰਾਂਗੇ ਅਤੇ ਫਿਰ ਭਗਤੀ ਯੋਗ ਇਹਦੇ ਵਿੱਚੋਂ ਕਿਵੇਂ ਲੱਭਣਾ ਹੈ, ਭਗਤੀ ਕਿਵੇਂ ਕਰਨੀ ਹੈ, ਗਿਆਨ ਕਿਵੇਂ ਪ੍ਰਾਪਤ ਕਰਨਾ, ਉਹ ਕੱਲ੍ਹ ਨੂੰ ਫਿਰ ਆਪਾਂ ਇਸੇ ਸ਼ਬਦ ਨੂੰ ਸਰਵਣ ਕਰਾਂਗੇ। ਔਰ ਕੱਲ੍ਹ ਨੂੰ ਇਹ ਜਿਹੜਾ ਰਾਮਕਲੀ ਰਾਗ ਹੈ 18ਵਾਂ ਰਾਗ ਗੁਰੂ ਗ੍ਰੰਥ ਸਾਹਿਬ ਦਾ, ਇਹ ਸੰਪੂਰਨ ਹੋ ਜਾਏਗਾ। ਅੱਗੇ 19ਵਾਂ ਰਾਗ ਜਿਹੜਾ ਨਟ ਰਾਗ ਹੈ ਉਹਦੀ ਪ੍ਰਾਰੰਭਤਾ ਫਿਰ ਅਗਲੇ ਦੀਵਾਨ ਵਿੱਚ ਪ੍ਰਾਰੰਭ ਹੋਵੇਗੀ। ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਸਾਹਿਬ ਸਿਓ ਮੇਲੋ। ਦਲਮਲ ਦੈਤੋ ਗੁਰਮੁਖ ਗਿਆਨ। ਬੇਣੀ ਜਾਚੈ ਤੇਰਾ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਕਾਰ ਸੇਵਾ ਚੱਲ ਰਹੀਆਂ ਹਨ, ਨਵੇਂ ਮਕਾਨ ਬਣ ਰਹੇ ਹਨ। ਜਿਨ੍ਹਾਂ ਸੰਗਤਾਂ ਨੇ ਆਪਣੀ ਕਮਾਈ ਨੂੰ ਸਫਲਾ ਕਰਨਾ ਹੈ, ਆਪਣਾ ਦਸਵੰਧ ਭੇਟ ਕਰਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।